ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ, ਦੋਸ਼ੀ ਕੌਣ, ਭਾਗ ਚੌਥਾ, ਪੰਨਾ ਨੰਬਰ 82। ਅਛੂਤਾਂ ਦੀ ਲਹਿਰ 506 ਵਾਈਡ ਪੈਰਾ 469 ਥਾਣਾ 17 ਮਈ 1936 ਨੂੰ ਡਾਕਟਰ BR ਅੰਬੇਡਕਰ ਨੇ ਕਲਿਆਣ ਦੀ ਯਾਤਰਾ ਕੀਤੀ ਅਤੇ 5000 ਅਛੂਤਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ। ਬੰਬੇ ਸੀਕ੍ਰੇਟ ਐਬਸਟਰੈਕਟ ਡੇਟਡ 30 ਮਈ 1936। ਹਵਾਲਾ ਸਫਾ 141/165, ਸੋਰਸ ਮਟੀਰੀਅਲ ਵੋਲਿਊਮ 1। ਮਿਤੀ 30-31 ਮਈ 1936 ਦੀ ਮਹਾਰ ਕਾਨਫਰੰਸ ਦਾਦਰ ਬੰਬੇ ਬਾਰੇ ਵਿਸ਼ੇਸ਼ ਨੁਮਾਇੰਦੇ ਆਦਿ। ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਧਰਮ ਬਦਲੀ ਦਾ ਪ੍ਰਯੋਗ ਉਲੀਕਣ ਲਈ ਅਗਲਾ ਐਲਾਨਨਾਮਾ ਤਿਆਰ ਕਰਨਾ ਸੀ। ਉੱਥੇ ਥਾਂ ਪ੍ਰਾਪਤ ਕਰਨ ਲਈ ਕੁਝ ਮੁਸ਼ਕਲ ਸੀ ਜਿੱਥੇ ਕਾਨਫਰੰਸ ਕੀਤੀ ਜਾਣੀ ਸੀ, ਪਰੰਤੂ ਇਹ ਅਡਾਉਣੀ ਦੂਰ ਕਰ ਦਿੱਤੀ ਗਈ ਅਤੇ ਇੱਕ ਵਿਸ਼ੇਸ਼ ਪੰਡਾਲ ਨੇੜੇ ਫਾਇਰ ਬ੍ਰਿਗੇਡ ਐਟ ਵਿੰਸੈਂਟ ਰੋਡ ਦਾਦਰ ਬੰਬੇ ਲਗਾਇਆ ਗਿਆ, ਜਿੱਥੇ ਮਿਸਟਰ BS ਵੈਨਕਟੇਟਰੋ ਨੇ ਹੈਦਰਾਬਾਦ ਤੋਂ ਪ੍ਰਧਾਨਗੀ ਕੀਤੀ। ਦੂਸਰੇ ਰਾਜਾਂ 17 ਨਾਸਿਕ, ਕੋਲਾਬਾ, ਕਰਨਾਟਕਾ, ਪੂਨਾ, ਸੋਹਲਪੁਰ, ਹੈਦਰਾਬਾਦ ਅਤੇ ਅਹਿਮਦਨਗਰ ਤੋਂ ਲਗਭਗ 500 ਡੈਲੀਗੇਟ ਕਾਨਫਰੰਸ ਵਿੱਚ ਹਾਜ਼ਰ ਸਨ। ਉਹਨਾਂ ਵਿੱਚ ਵਿਸ਼ੇਸ਼ ਪ੍ਰਤੀਨਿਧ ਹਾਜ਼ਰ ਹੋਏ। ਮਿਸਟਰ BV ਜਾਦਵ, ਮਿਸਟਰ ਦੇਓ ਦੱਤਾ ਤਿਲਕ, ਮਿਸਟਰ PG ਕਨੌਲਕਰ, ਮਿਸਟਰ PG ਸੋਲੰਕੀ, ਮਿਸਟਰ ਵਨਮਲੀ, ਮਿਸਟਰ BK ਗੇਕਵਦ, ਮਿਸਟਰ AK ਮਾਲਗ, ਮਿਸਟਰ KM ਜਾਦਵ, ਮਿਸਟਰ RS ਡੋਲਸ, ਮਿਸਟਰ KK ਕਾਰਨਿਕ, ਜੌਨ ਸਟੇਨਲੀ, ਮਿਸਟਰ ਸੁਰਿੰਦਰ ਤਪਨਿਸ, ਮਿਸਟਰ ਸੂਰਿਆਵੰਸ਼ੀ, ਮਿਸਟਰ BS ਸਾਵੰਤ, ਮਿਸਟਰ DM ਕੈਡਮ, ਮਿਸਟਰ U ਸ਼ਿਵਾਸਰਾਮ, ਮਿਸਟਰ SD ਗੇਕਵਾਡ। ਇਹਨਾਂ ਤੋਂ ਇਲਾਵਾ ਬਹੁਤ ਸਾਰੇ ਸਿੱਖ ਅਤੇ ਮੁਸਲਿਮ ਲੀਡਰ ਵੀ ਪੰਡਾਲ ਵਿੱਚ ਹਾਜ਼ਰ ਸਨ। ਸਵਾਗਤੀ ਕਮੇਟੀ ਦੇ ਚੇਅਰਮੈਨ ਮਿਸਟਰ RS ਡੋਲਾਸ ਨੇ ਦਿਲੋਂ ਪ੍ਰਧਾਨ ਜੀ ਨੂੰ ਤੇ ਡੈਲੀਗੇਟਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅਛੂਤਾਂ ਦੇ ਰਾਹ ਵਿੱਚ ਜਿਹੜੀਆਂ ਮੁਸ਼ਕਲਾਂ ਸਨ ਬਹੁਤ ਸਾਰੀਆਂ ਦਾ ਵਰਣਨ ਕੀਤਾ। ਕੱਟੜ ਬ੍ਰਾਹਮਣ ਤੋਂ ਇੱਕ ਸੁਧਾਰਕ ਜੋ ਜਾਤ ਪਾਤ ਤੋੜਕ ਮੰਡਲ ਦਾ ਮੈਂਬਰ ਹੋ ਸਕਦਾ ਹੈ, ਉਹਨੇ ਕਿਹਾ ਅਛੂਤਾਂ ਦੀ ਇੱਛਾ ਦਾ ਸਾਰੇ ਵਿਰੋਧ ਕਰਦੇ ਹਨ। ਉੱਥੇ ਕਾਨਫਰੰਸ ਲਈ ਯੋਗ ਥਾਂ ਪ੍ਰਾਪਤ ਕਰਨ ਲਈ ਵੀ ਮੁਸ਼ਕਲਾਂ ਹਨ ਜਿਨ੍ਹਾਂ ਨਾਲ ਅੱਜ ਵਾਹ ਪੈ ਰਿਹਾ ਹੈ। ਵਫਾਦਾਰ ਤੋਂ ਦੇਸ਼ ਭਗਤ, ਇੱਕ ਚਪੜਾਸੀ ਤੋਂ ਇੱਕ ਮਮਲਤਦਾਰ, ਛੋੜ ਤੋਂ ਬਿਨਾਂ ਭੇਸ ਵਿੱਚ ਛੁਪੇ ਹੋਏ ਸਾਡੇ ਵਿਰੋਧੀ ਹਨ। ਸਛੂਤ ਹਿੰਦੂਆਂ ਦੇ ਪੱਖ ਤੋਂ ਇਹ ਰਵੱਈਆ ਅੱਜ ਦੇ ਦਿਨ ਦੇ ਧਰਮ ਬਦਲੀ ਨਾਂ ਦੇ ਵਿਸ਼ੇ ਲਈ ਜ਼ਿੰਮੇਵਾਰ ਹੈ। ਮਰਾਠੀ ਵਿੱਚ ਆਪਣੇ ਭਾਸ਼ਣ ਨੂੰ ਜਾਰੀ ਰੱਖਦਿਆਂ ਉਸਨੇ ਕਿਹਾ ਕਿ ਅੱਗੇ ਲੰਘ ਗਈਆਂ ਸਵਰਨ ਜਾਤੀਆਂ ਅੱਜ ਦੇ ਹਿੰਦੂਇਜ਼ਮ ਦੀ ਭੈੜੀ ਦਸ਼ਾ ਲਈ ਜ਼ਿੰਮੇਵਾਰ ਸਨ। ਪੰਨਾ 229। ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਹੇਠ ਦੀ ਲੰਘਣਾ ਪਿਆ। ਅਪੀਲ ਕੀਤੀ ਅਤੇ ਉੱਚ ਜਾਤੀਆਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਬਰਾਬਰੀ ਦੇ ਆਧਾਰ ਤੇ ਵਰਤਾਓ ਕਰੋ, ਪਰੰਤੂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਹਨ। ਅਸੀਂ ਨਾਸਿਕ ਅਤੇ ਮਹਾੜ ਵਿੱਚ ਸੱਤਿਆਗ੍ਰਹਿ ਕਰ ਚੁੱਕੇ ਹਾਂ, ਪਰੰਤੂ ਫਿਰ ਵੀ ਫੇਲ ਹੋਇਆ। ਸਾਰੇ ਹਾਲਾਤ ਸਾਨੂੰ ਅੱਜ ਦੀ ਤਿਆਰ ਕੀਤੀ ਜ਼ਮੀਨ ਤੋਂ ਲੈ ਆਏ ਹਨ। ਡਾਕਟਰ ਅੰਬੇਡਕਰ ਸਾਡਾ ਲੀਡਰ ਹੈ ਅਤੇ ਸਾਡੀ ਕਿਸਮਤ ਉਹਨਾਂ ਦੇ ਹੱਥਾਂ ਵਿੱਚ ਹੈ। ਅਸੀਂ ਦੂਸਰੇ ਲੀਡਰਾਂ ਨੂੰ ਜਾਣਦੇ ਹਾਂ। 10 ਪੋਕ ਅੰਬੇਡਕਰ ਵੋਲਿਊਮ 4 ਪੰਨਾ 230। ਖੱਦਰ ਪੋਸ਼ਾਂ ਵੱਲੋਂ ਵਿਰੋਧ 'ਚ ਕਾਨਫਰੰਸ। ਕਾਂਗਰਸ ਅਤੇ ਗਾਦੀ ਦੇ ਵਫਾਦਾਰ ਅਛੂਤ ਚੇਲਿਆਂ ਨੇ ਵੀ ਧਰਮ ਬਦਲੀ ਵਿਰੋਧੀ ਕਾਨਫਰੰਸ ਮਿਤੀ 30/5/1936 ਸ਼ਨੀਚਰਵਾਰ ਰਾਤ ਬੰਬੇ ਲੋਕਾਂ ਦੇ ਜਮਾਇਤ ਹਾਲ ਵਿੱਚ ਕੀਤੀ। ਇਸ ਦੀ ਪੂਰੀ ਰਿਪੋਰਟ ਜਿਸ ਤਰ੍ਹਾਂ ਟਾਈਮਜ਼ ਆਫ ਇੰਡੀਆ ਡੇਟਡ 2/6/1936 ਵਿੱਚ ਜਿਵੇਂ ਇਹ ਦਿੱਤੀ ਗਈ ਹੈ। ਮਿਸਟਰ BJ ਦਿਓਰੋਕਰ ਕਨਵੀਨਰਾਂ ਚੋਂ ਇੱਕ ਜਿਸਨੇ ਕਾਨਫਰੰਸ ਦੀ ਪ੍ਰਧਾਨਗੀ ਕਰਨੀ ਸੀ, ਉਸਦੇ ਚੇਲਿਆਂ ਨੇ ਉਸਨੂੰ ਆਪਣੇ ਆਪ ਭੱਜ ਗਿਆ ਪਾਇਆ। ਵਿਰੋਧੀਆਂ ਨੇ ਸਟੇਜ ਤੇ ਕਬਜ਼ਾ ਕਰ ਲਿਆ, ਪਰੰਤੂ ਉੱਥੇ ਉਹਨਾਂ ਦੇ ਭਾਸ਼ਣ ਅਚਨਚੇਤ ਬੰਦ ਹੋ ਗਏ ਕਿਉਂਕਿ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹਾਲ ਦੇ ਬਾਹਰ ਉਹਨਾਂ ਨੇ ਰਾਹ 'ਚ ਇਕੱਠ ਨੂੰ ਅੰਨ੍ਹਿਆਂ ਵਾਂਗ ਛੱਡ ਦਿੱਤਾ। ਸੱਤਿਆ ਨਾਰਾਇਣ ਦੀ ਪੂਜਾ ਕਾਨਫਰੰਸ ਤੋਂ ਪਹਿਲਾਂ ਕੀਤੀ ਜਾਣੀ ਸੀ। ਹਾਜ਼ਰੀ ਕਿਵੇਂ ਵੀ ਬੜੀ ਘੱਟ ਸੀ ਕਿਉਂਕਿ ਬਹੁਤ ਸਾਰੇ ਚਮਾਰ ਕਮਿਊਨਿਟੀ ਦੇ ਮੈਂਬਰ ਜੋ ਕਾਨਫਰੰਸ ਵਿੱਚ ਹਾਜ਼ਰ ਹੋਣ ਆਏ
ਦੇਖਦਿਆਂ ਸਾਰ ਚਲੇ ਗਏ ਕਿ ਕਨਵੀਨਰਾਂ ਦਰਮਿਆਨ ਏਕਤਾ ਨਹੀਂ ਸੀ। ਜਦ ਪੂਜਾ ਜਾਰੀ ਸੀ, ਇੱਕ ਦਰਸ਼ਕ ਉੱਠਿਆ ਅਤੇ ਉਸਨੇ ਮਿਸਟਰ ਦਿਓਰਾਕਰ ਦੇ ਸਭਾ ਬੁਲਾਉਣ ਦੇ ਅਧਿਕਾਰ ਤੇ ਕਾਨਫਰੰਸ ਦੀ ਪ੍ਰਧਾਨਗੀ ਉੱਪਰ ਪ੍ਰਸ਼ਨ ਉਠਾਇਆ। ਇੱਕ ਦੂਸਰੇ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਕਾਨਫਰੰਸ ਚਮਾਰ ਕਮਿਊਨਿਟੀ ਦੇ ਲੀਡਰਾਂ ਨਾਲ ਸਲਾਹ ਮਸ਼ਵਰੇ ਤੋਂ ਬਿਨਾਂ ਬੁਲਾਈ ਜਾ ਚੁੱਕੀ ਸੀ। ਮਿਸਟਰ ਦਿਓਰਾਕਰ ਨੂੰ ਕੋਈ ਸਮਰਥਨ ਪ੍ਰਾਪਤ ਨਹੀਂ ਸੀ ਅਤੇ ਉਹ ਕਾਨਫਰੰਸ ਹਾਲ ਨੂੰ ਛੱਡ ਗਿਆ। ਥੋੜੇ ਸਮੇਂ ਬਾਅਦ ਹਾਲ ਦੇ ਇੰਚਾਰਜ ਵਿਅਕਤੀ ਨੇ ਲਾਈਟਾਂ ਬੰਦ ਕਰ ਦਿੱਤੀਆਂ। ਇਸ ਤਰ੍ਹਾਂ ਚੱਲਦਿਆਂ ਭਰਮ ਦਾ ਅੰਤ ਹੋ ਗਿਆ। ਪੰਨਾ 230। ਹਿੰਦੂਆਂ ਦੀ ਜਾਤ ਨੇ ਅਛੂਤਪਣ ਵਿਰੋਧੀ ਅਤੇ ਡਿਪਰੈਸਡ ਕਲਾਸਿਸ ਦੇ ਮੈਂਬਰਾਂ ਨੇ ਇੱਕ ਕਾਨਫਰੰਸ ਦਾ ਅਗਲੇ ਦਿਨ ਬਾਅਦ ਦੁਪਹਿਰ ਇੰਤਜ਼ਾਮ ਕੀਤਾ ਅਤੇ ਅਛੂਤ ਰਾਜਨੀਤਿਕ ਕਾਨਫਰੰਸ ਅਗਲੇ ਸੋਮਵਾਰ ਰਾਤ ਵਾਸਤੇ ਕੰਮ ਦੀ ਸੂਚੀ ਬਣਾਈ, ਪਰ ਪ੍ਰਬੰਧਕਾਂ ਦੁਆਰਾ ਕੋਈ ਤਾਰੀਖ ਦਿਨ ਨਿਸ਼ਚਿਤ ਕਰਨ ਤੋਂ ਬਗੈਰ ਮੁਲਤਵੀ ਕਰਨੀ ਪਈ। ਮਹਾਰ ਕਾਨਫਰੰਸ ਵਿੱਚ ਵੈਂਕਟਾ ਰਾਓ ਨੇ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੰਦਿਆਂ ਡਾਕਟਰ ਅੰਬੇਡਕਰ ਦੀ ਲੀਡਰਸ਼ਿਪ ਵਿੱਚ ਭਰੋਸਾ ਦਿੱਤਾ ਅਤੇ ਹਿੰਦੂਇਜ਼ਮ ਦੇ ਤਿਆਗਣ ਦੇ ਫੈਸਲੇ ਦੀ ਹਮਾਇਤ ਕਰਦਿਆਂ ਕੀਤੀ। ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਭਾਸ਼ਣ ਦਿੱਤਾ, ਜਿਹੜਾ ਮਰਾਠੀ ਵਿੱਚ 150 ਸਫ਼ੇ ਦੀ ਹੱਥ ਲਿਖਤ ਸੀ। ਬਿਆਨ ਕੀਤਾ ਕਿਉਂ ਉਹ ਸਿਰਫ ਮਹਾਰਾਂ ਦੀ ਕਾਨਫਰੰਸ ਬੁਲਾ ਚੁੱਕਾ ਸੀ ਅਤੇ ਧਰਮ ਬਦਲੀ ਦੇ ਪ੍ਰੋਜ਼ ਐਂਡ ਕੌਨਸ ਵੀ ਬਿਆਨ ਕੀਤੇ। ਭਾਵੇਂ ਇਸ ਤਰ੍ਹਾਂ ਕਿ ਉਹ ਕਿਹੜਾ ਧਰਮ ਅਪਣਾਏਗਾ ਇਸ਼ਾਰਾ ਨਹੀਂ ਕੀਤਾ। ਸਪਸ਼ਟ ਤੌਰ ਤੇ ਉਹ ਆਪਣਾ ਮਨ ਤਦ ਤੱਕ ਨਹੀਂ ਬਣਾ ਚੁੱਕੇ ਸਨ ਅਤੇ ਉਹ ਹੋਰ ਸਮਾਂ ਅਧਿਐਨ ਕਰਨ ਅਤੇ ਆਪਣੇ ਲੋਕਾਂ ਨੂੰ ਦਿਮਾਗੀ ਅਤੇ ਦੁਨਿਆਵੀ ਤੌਰ ਤੇ ਆਪਣਾ ਕਦਮ ਪੁੱਟਣ ਤੋਂ ਪਹਿਲਾਂ ਤਿਆਰ ਕਰਨਾ ਚਾਹੁੰਦੇ ਸਨ। ਉਸ ਦਾ ਭਾਸ਼ਣ ਇੱਕ ਕਿਤਾਬਚੇ ਦੀ ਸ਼ਕਲ 'ਚ ਛਾਪਿਆ ਗਿਆ ਅਤੇ ਇਸ ਪੁਸਤਕ 10 ਸਪੋਕ ਅੰਬੇਡਕਰ ਵੋਲਿਊਮ 4 ਵਿੱਚ ਉਸੇ ਹੀ ਪੁਸਤਕ ਦਾ ਅਨੁਵਾਦ ਸ਼ਾਮਲ ਕੀਤਾ ਗਿਆ ਹੈ। ਮਿਤੀ 31/5/1936 ਦਿਨ ਐਤਵਾਰ ਬਾਅਦ ਦੁਪਹਿਰ 4 ਘੰਟੇ ਬਾਅਦ ਸੈਸ਼ਨ ਵਿੱਚ ਗਰਮ ਉੱਚੀ ਸੁਰ ਕਰਦਿਆਂ ਇੱਕ ਮਤਾ ਐਲਾਨਦਿਆਂ ਕਿ ਧਰਮ ਬਦਲੀ ਕਮਿਊਨਿਟੀ ਦੇ ਬਰਾਬਰੀ ਪ੍ਰਾਪਤ ਕਰਨ ਲਈ ਹੀ ਜ਼ਰੂਰੀ ਹੈ। ਮਿਸਟਰ BK ਗਾਇਕਵਾੜ ਨਾਸਿਕ ਬੰਬੇ ਦੁਆਰਾ ਪੇਸ਼ ਕੀਤਾ ਗਿਆ ਅਤੇ ਮਿਸਟਰ VH ਵਾਰਲੇ ਧਰਵਾਰ ਨੇ ਸੈਕਿੰਡ ਸਮਰਥਨ ਕੀਤਾ। ਲਗਭਗ 20 ਬੁਲਾਰੇ ਸਮੇਤ ਔਰਤਾਂ ਨੇ ਮਤੇ ਦੇ ਹੱਕ 'ਚ ਵਾਰ-ਵਾਰ ਦਲੀਲਾਂ ਦਿੰਦਿਆਂ ਕਿਹਾ, ਹਿੰਦੂਇਜ਼ਮ ਤੋਂ ਧਰਮ ਬਦਲੀ ਦੁਆਰਾ ਉੱਥੇ ਹਿੰਦੂਇਜ਼ਮ ਦੇ ਅਨੁਆਈਆਂ ਨਾਲ ਬਰਾਬਰੀ ਦੀਆਂ ਸ਼ਰਤਾਂ ਤੇ ਰਹਿੰਦਿਆਂ ਖੁਸ਼ੀ ਅਤੇ ਬਰਾਬਰੀ ਲਈ ਉਹਨਾਂ ਦੇ ਅਧਿਕਾਰ ਸਥਾਪਿਤ ਕਰਨ ਜਾਂ ਫਿਰਕੂ ਜੀਵਨ ਤੇ ਘੱਟ ਤੋਂ ਘੱਟ ਹੱਕਾਂ ਲਈ ਜ਼ਰੂਰਤ ਨਹੀਂ ਹੋਵੇਗੀ। ਹਿੰਦੂਇਜ਼ਮ ਉਹਨਾਂ ਦੇ ਸਹਿਧਰਮੀਆਂ ਜਿਹੜੇ ਅਜਿਹਾ ਯਤਨ ਕਰਦੇ ਹਨ ਅਤੇ ਬਰਾਬਰੀ ਦੇ ਹੱਕਾਂ ਦੀ ਵਰਤੋਂ ਕਰਨ ਦਾ ਯਤਨ ਕਰਦੇ ਹਨ ਤੋਂ ਉਹਨਾਂ ਨੂੰ ਦਬਾ ਕੇ ਰੱਖਦੇ ਹਨ। ਪੰਨਾ 231-32। ਹਰ ਇੱਕ ਬੁਲਾਰੇ ਨੇ ਆਪਣਾ ਪੂਰਾ ਭਰੋਸਾ ਡਾਕਟਰ ਅੰਬੇਡਕਰ ਦੀ ਕਮਿਊਨਿਟੀ ਵਿੱਚ ਪ੍ਰਗਟ ਕੀਤਾ। ਸਮੁੱਚੇ ਤੌਰ ਤੇ ਉਸਦੇ ਪਿੱਛੇ ਚੱਲਣ ਲਈ ਸੱਦਾ ਦਿੱਤਾ। ਬਹੁਤ ਸਾਰੇ ਬੁਲਾਰੇ ਧਰਮ ਜਾਂ ਫਿਰਕੇ ਦਾ ਨਾਂ ਦੱਸਣ ਲਈ ਡਾਕਟਰ ਅੰਬੇਡਕਰ ਤੇ ਦੋਸ਼ ਲਗਾ ਰਹੇ ਸਨ। ਛੇਤੀ ਨਾਲ ਉਹ ਕਿਹੜਾ ਧਰਮ ਅਪਣਾ ਸਕਦੇ। ਮਰਾਠਾ ਕਮਿਊਨਿਟੀ ਤੋਂ 2 ਬੁਲਾਰਿਆਂ ਨੇ ਭੜਕਾਊ ਢੰਗ ਨਾਲ ਐਲਾਨ ਕੀਤਾ ਕਿ ਉਹਨਾਂ ਦੇ ਲੀਡਰ ਅਪਣਾਏ ਜਾਣ ਵਾਲੇ ਧਰਮ ਲਈ ਇਸ਼ਾਰਾ ਕਰਨ ਅਤੇ ਉਹ ਧਰਮ ਅਪਣਾਉਣ। ਉਹਨਾਂ ਨੂੰ ਫੌਰੀ ਤੌਰ ਤੇ ਪੰਡਾਲ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ। 10 ਸਪੋਕ ਅੰਬੇਡਕਰ ਵੋਲਿਊਮ 4 ਪੰਨਾ 232। ਮਹਾਰ ਕਾਨਫਰੰਸ ਦਾ ਸੁਨੇਹਾ ਸਾਰੇ ਦੇਸ਼ 'ਚ ਲਿਜਾਇਆ ਗਿਆ। ਕਾਨਫਰੰਸ ਦਾ ਸੁਨੇਹਾ ਹਾਜ਼ਰ ਦਰਸ਼ਕਾਂ ਦੁਆਰਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲਿਜਾਇਆ ਗਿਆ। ਉੱਤਰੀ ਭਾਰਤ ਵਿੱਚ ਅਖਬਾਰਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਉਹ ਯਕੀਨ ਕਰਦੇ ਸਨ ਇਹ ਕਾਨਫਰੰਸ ਸਿਰਫ ਮਹਾਰਾਂ ਦੀ ਸੀ। ਬੰਬੇ ਪ੍ਰੈਜ਼ੀਡੈਂਸੀ ਵਿੱਚ ਵੀ ਅਖਬਾਰਾਂ ਨੇ ਕਾਨਫਰੰਸ ਨੂੰ ਬਹੁਤਾ ਧਿਆਨ ਨਹੀਂ ਦਿੱਤਾ। ਸੋਚ ਵਿਚਾਰ ਤੋਂ ਬਾਅਦ ਫੈਸਲਾ ਸਨਸਨੀਖੇਜ਼ ਜਾਂ ਨੁਮਾਇਸ਼ੀ ਨਹੀਂ ਹੋ ਚੁੱਕਾ ਸੀ। ਇਸ ਤਰ੍ਹਾਂ ਅਖਬਾਰਾਂ ਦੇ ਐਡੀਟੋਰੀਅਲ ਕਾਲਮਾਂ ਵਿੱਚ ਗੁਣਾਂ ਬਾਰੇ ਬਹਿਸ ਵਿਚਾਰ ਇੰਨੀ ਨਹੀਂ ਕੀਤੀ ਗਈ। ਬਾਬਾ ਸਾਹਿਬ ਜੀ ਲੋਕਾਂ ਅੱਗੇ 9 ਮਹੀਨਿਆਂ ਤੋਂ ਵੱਧ ਸਮਾਂ ਇਹ ਮਸਲਾ ਰੱਖ ਚੁੱਕੇ ਸਨ, ਇੱਥੋਂ ਤੱਕ ਕਿ ਭਾਸ਼ਣ ਜਿਹੜਾ ਮਰਾਠੀ ਵਿੱਚ ਵੰਡਿਆ ਗਿਆ ਅਤੇ ਬਾਅਦ ਵਿੱਚ ਕਦੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਅਨੁਵਾਦ ਨਹੀਂ ਕੀਤਾ ਗਿਆ। ਜਲਦੀ ਰਾਜਨੀਤੀ ਦੇ ਹਰਲੀ ਬਰਲੀ ਵਿੱਚ ਹਰ ਕੋਈ ਧਰਮ ਬਦਲੀ ਬਾਰੇ ਭੁੱਲ ਗਿਆ, ਪਰੰਤੂ ਡਾਕਟਰ ਅੰਬੇਡਕਰ ਅਤੇ ਉਸਦੇ ਚੇਲੇ ਜਿਨ੍ਹਾਂ ਨੂੰ ਯਾਦ ਸੀ ਉਸਨੂੰ ਹਿੰਦੂਇਜ਼ਮ ਬਾਰੇ ਆਪਣੀ ਤਸੱਲੀ ਨਹੀਂ ਸੀ ਅਤੇ ਕਿਸੇ ਇੱਕ ਧਰਮ ਦੀ ਲੋੜ ਜਿਸ ਨੂੰ ਉਹ ਉਹਨਾਂ ਦਾ ਆਪਣਾ ਕਹਿ ਸਕਣ ਉਸ ਬਾਰੇ ਯਾਦ ਕਰਾਉਣਾ ਜਾਰੀ ਰੱਖਿਆ। 10 ਸਪੋਕ ਅੰਬੇਡਕਰ ਵੋਲਿਊਮ 4 ਪੰਨਾ 248। ਮਹਾਰ ਕਾਨਫਰੰਸ ਬੰਬਈ ਮਿਤੀ 30-31 ਮਈ 1936।
डॉक्टर अंबेडकर ने अपने ऐलान की पिठ भूमि की मैं गंभीरता नाल तुहानू यकीन दवांदा हाँ कि मैं एक हिंदू रह के नहीं मरांगा। महाराष्ट्र के जिला नासिक योला विखे 13 अक्तूबर 1935 ईस्वी ਨੂੰ डॉक्टर भीमराव अंबेडकर ने यह ऐलान किया सी कि एक कानफ्रेंस मिति 30 ਅਤੇ 31 मई 1936 ਬੰਬੇ ਦਾਦਰ ਵਿੱਚ ਕੀਤੀ ਜਾਵੇਗੀ। इस ਕਾਨਫਰੰਸ ਦਾ ਇੱਕੋ ਇੱਕ ਉਦੇਸ਼ ਉਹਦੇ ਆਪਣੇ ਲੋਕਾਂ ਦੀ ਧਰਮ ਬਦਲੀ ਲਹਿਰ ਦੀ ਹਿਮਾਇਤ ਦਾ ਜਾਇਜ਼ਾ ਲੈਣਾ ਸੀ। ਲਗਭਗ 35,000 ਮਹਾਰ ਅਛੂਤਾਂ ਦੁਆਰਾ ਇਸ ਨੂੰ ਦੇਖਿਆ ਸੁਣਿਆ ਗਿਆ। ਖਾਸ ਤੌਰ ਤੇ ਲਗਾਏ ਗਏ ਪੰਡਾਲ ਵਿੱਚ ਹੇਠ ਲਿਖੇ ਨਾਅਰਿਆਂ ਦੀ ਨੁਮਾਇਸ਼ ਕੀਤੀ ਗਈ। ਆਦਮੀ ਧਰਮ ਲਈ ਨਹੀਂ, ਧਰਮ ਆਦਮੀ ਲਈ ਹੈ। ਦਿਆਲੂ ਬਣਨ ਲਈ ਤੁਸੀਂ ਆਪਣੇ ਆਪ ਧਰਮ ਬਦਲੀ ਕਰੋ। ਸੰਗਠਿਤ ਹੋਣ ਲਈ ਤੁਸੀਂ ਆਪਣੇ ਆਪ ਧਰਮ ਬਦਲੀ ਕਰੋ। ਤਾਕਤ ਪ੍ਰਾਪਤੀ ਕਰਨ ਲਈ ਤੁਸੀਂ ਆਪਣੇ ਆਪ ਧਰਮ ਬਦਲੀ ਕਰੋ। ਬਰਾਬਰੀ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਆਪ ਧਰਮ ਬਦਲੀ ਕਰੋ। ਆਜ਼ਾਦੀ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਆਪ ਧਰਮ ਬਦਲੀ ਕਰੋ। ਘਰੇਲੂ ਜ਼ਿੰਦਗੀ 'ਚ ਖੁਸ਼ੀ ਪ੍ਰਾਪਤ ਕਰਨ ਲਈ ਤੁਸੀਂ ਆਪਣਾ ਧਰਮ ਬਦਲੀ ਕਰੋ। ਤੁਸੀਂ ਉਸ ਧਰਮ 'ਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਡੇ ਨਾਲ ਇਨਸਾਨਾਂ ਵਾਲਾ ਵਰਤਾਓ ਨਹੀਂ ਕਰਦਾ? ਤੁਸੀਂ ਉਸ ਧਰਮ ਵਿੱਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਨੂੰ ਮੰਦਰ ਵਿੱਚ ਦਾਖਲ ਹੋਣ ਤੋਂ ਵਰਜਦਾ ਹੈ? ਤੁਸੀਂ ਉਸ ਧਰਮ ਵਿੱਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਨੂੰ ਪਾਣੀ ਪੀਣ ਤੋਂ ਰੋਕਦਾ ਹੈ? ਤੁਸੀਂ ਉਸ ਹਿੰਦੂ ਧਰਮ ਵਿੱਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਨੂੰ ਵਿੱਦਿਆ ਪ੍ਰਾਪਤ ਕਰਨ ਦੀ ਆਗਿਆ ਨਹੀਂ ਦਿੰਦਾ? ਤੁਸੀਂ ਉਸ ਹਿੰਦੂ ਧਰਮ ਵਿੱਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਡੀ ਹਰ ਕਦਮ ਤੇ ਬੇਇੱਜ਼ਤੀ ਕਰਦਾ ਹੈ? ਤੁਸੀਂ ਉਸ ਧਰਮ ਵਿੱਚ ਕਿਉਂ ਰਹਿੰਦੇ ਹੋ ਜਿਹੜਾ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਤੋਂ ਰੋਕਦਾ ਹੈ? ਇੱਕ ਧਰਮ ਜਿਹੜਾ ਮਨੁੱਖ ਅਤੇ ਮਨੁੱਖ ਦਰਮਿਆਨ ਇਮਾਨਦਾਰਾਨਾ ਸਬੰਧਾਂ ਤੋਂ ਰੋਕਦਾ ਹੈ ਧਰਮ ਨਹੀਂ ਹੈ, ਪਰੰਤੂ ਇੱਕ ਤਾਕਤ ਦੀ ਨੁਮਾਇਸ਼ ਹੈ। ਧਰਮ ਜਿਹੜਾ ਮਨੁੱਖਤਾ ਦੀ ਮਾਨਤਾ ਆ ਧਰਮ ਵਜੋਂ ਵਰਤਾਓ ਕਰਦਾ ਹੈ ਧਰਮ ਨਹੀਂ ਹੈ, ਪਰੰਤੂ ਇੱਕ ਬਿਮਾਰੀ ਹੈ। ਇੱਕ ਧਰਮ ਜਿਹੜਾ ਅਪਵਿੱਤਰ ਪਸ਼ੂਆਂ ਨੂੰ ਛੋਹਣ ਦੀ ਆਗਿਆ ਦਿੰਦਾ ਹੈ ਪਰੰਤੂ ਇਨਸਾਨਾਂ ਨੂੰ ਛੋਹਣ ਤੋਂ ਵਰਜਦਾ ਹੈ ਧਰਮ ਨਹੀਂ, ਮੂਰਖਤਾ ਹੈ। ਇੱਕ ਧਰਮ ਜਿਹੜਾ ਇੱਕ ਜਮਾਤ ਜਾਂ ਜਾਤ ਨੂੰ ਵਿੱਦਿਆ ਪ੍ਰਾਪਤ ਕਰਨ ਤੋਂ ਪਰੇ ਰੱਖਦਾ ਹੈ, ਇਹਨੂੰ ਧਨ ਇਕੱਠਾ ਕਰਨ ਤੋਂ ਮਨਾ ਕਰਦਾ ਹੈ, ਹਥਿਆਰ ਧਾਰਨ ਕਰਨ ਤੋਂ ਮਨਾ ਕਰਦਾ ਹੈ ਧਰਮ ਨਹੀਂ ਹੈ, ਪਰੰਤੂ ਮਨੁੱਖੀ ਜ਼ਿੰਦਗੀ ਨਾਲ ਇੱਕ ਮੱਕਾਰੀ ਤੇ ਧੋਖਾ ਹੈ। ਇੱਕ ਧਰਮ ਜੋ ਅਗਿਆਨੀਆਂ ਨੂੰ ਅਗਿਆਨੀ, ਅਨਪੜ੍ਹ, ਜਾਹਲ ਰਹਿਣ ਲਈ ਮਜਬੂਰ ਕਰਦਾ ਹੈ ਧਰਮ ਨਹੀਂ ਹੈ, ਪਰੰਤੂ ਇਹ ਇੱਕ ਸਜ਼ਾ ਹੈ। ਉਹ ਜੋ ਖੁੱਲ੍ਹੇਆਮ ਕਹਿੰਦੇ ਹਨ ਕਿ ਪਰਮਾਤਮਾ ਸਰਬ ਵਿਆਪਕ ਹੈ ਪਰੰਤੂ ਮਨੁੱਖਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਵਰਤਾਓ ਕਰਦੇ ਹਨ, ਮੱਕਾਰ ਹਨ। ਅਜਿਹੇ ਲੋਕਾਂ ਨਾਲ ਮਿਲਵਰਤਨ ਨਾ ਰੱਖੋ। ਉਹ ਜੋ ਕੀੜੀਆਂ ਨੂੰ ਖੰਡ ਖਿਲਾਉਂਦੇ ਹਨ ਪਰੰਤੂ ਬੰਦਿਆਂ ਨੂੰ ਪਾਣੀ ਪੀਂਦਿਆਂ ਨੂੰ ਵਰਜਦੇ ਹੋਏ ਕਤਲ ਕਰਦੇ ਹਨ, ਮੱਕਾਰ ਹਨ। ਉਹਨਾਂ ਦਾ ਸਾਥ ਨਾ ਕਰੋ। ਮਿਸਟਰ ਸਟੈਨਲੇ ਜੌਨਸ ਇੱਕ ਯੂਰਪੀਅਨ ਮਿਸ਼ਨਰੀ ਅਤੇ ਮਿਸਟਰ BJ ਯਾਦਵ ਨੂੰ ਖਾਸ ਤੌਰ ਤੇ ਸੱਦਿਆ ਗਿਆ ਸੀ। ਸਿੱਖ ਤੇ ਮੁਸਲਿਮ ਲੀਡਰ ਅਤੇ ਪਾਦਰੀ ਜੋ ਧਰਮ ਬਦਲੀ ਦੇ ਮਸਲੇ ਵਿੱਚ ਸਿੱਧੇ ਜਾਂ ਅਸਿੱਧੇ ਇਸ਼ਾਰੇ ਕਰਨ ਜਾਂ ਇਸ਼ਾਰੇ ਪਕੜਨ ਦੇ ਖਾਹਿਸ਼ਮੰਦ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਧਰਮ ਬਦਲੀ ਦੀ ਕਾਨਫਰੰਸ ਦਾ ਉਦੇਸ਼ ਮਿਤੀ 13 ਅਕਤੂਬਰ 1935 ਨੂੰ ਯੋਲਾ ਕਾਨਫਰੰਸ 'ਚ ਪਾਸ ਕੀਤਾ ਮਤਾ ਲਾਗੂ ਕਰਨ, ਸਾਧਨਾ ਤੇ ਰਾਹਾਂ ਦੀ ਯੋਜਨਾ ਬਣਾਉਣਾ ਸੀ। ਮਿਸਟਰ ਡੀ ਡੋਲਾਸ ਨੇ ਡੈਲੀਗੇਟਾਂ ਨੂੰ ਜੀ ਆਇਆਂ ਆਖਿਆ ਜਦ ਕਿ ਮਿਸਟਰ BS ਵੈਂਕਟਾ ਰਾਓ ਦੱਬੀਆਂ ਕੁਚਲੀਆਂ ਜਾਤਾਂ ਦੇ ਮਦਰਾਸ ਤੋਂ ਇੱਕ ਲੀਡਰ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਜਨਤਾ ਡੇਟਡ 20 ਜੂਨ 1936। ਡਾਕਟਰ ਭੀਮਰਾਓ ਅੰਬੇਡਕਰ ਜੀ ਨੇ 31 ਮਈ 1936 ਨੂੰ ਮਰਾਠੀ ਵਿੱਚ ਮਿਹਨਤ ਨਾਲ ਤਿਆਰ ਕੀਤਾ ਹੋਇਆ ਭਾਸ਼ਣ ਦਿੱਤਾ। ਐਡੀਟਰ ਡਾਕਟਰ ਅੰਬੇਡਕਰ ਨੇ ਕਿਹਾ, ਔਰਤਾਂ ਤੇ ਪੱਧਰ ਪੁਰਸ਼ੋ, ਤੁਹਾਨੂੰ ਹੁਣ ਤੱਕ ਪਤਾ ਜ਼ਰੂਰ ਲੱਗ ਚੁੱਕਾ ਹੈ ਕਿ ਇਹ ਕਾਨਫਰੰਸ ਧਰਮ ਬਦਲੀ ਕਰਨ ਦੇ ਐਲਾਨ ਜਿਹੜਾ ਮੈਂ ਹੁਣੇ ਤਿਆਰ ਕੀਤਾ ਹੈ ਦੇ ਉਦੇਸ਼ ਪੂਰਨ ਤੇ ਸੋਚਣ ਵਿਚਾਰਨ ਲਈ ਬੁਲਾਈ ਗਈ ਹੈ। ਧਰਮ ਬਦਲੀ ਦਾ ਉਦੇਸ਼ ਮੈਨੂੰ ਬਹੁਤ ਪਿਆਰਾ ਹੈ। ਸਿਰਫ ਇੰਨਾ ਨਹੀਂ, ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡਾ ਸਾਰਾ ਭਵਿੱਖ ਇਸ ਵਿਸ਼ੇ ਤੇ ਨਿਰਭਰ ਕਰਦਾ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਤੁਸੀਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਾਫ਼ ਤੌਰ ਤੇ ਸਮਝ ਚੁੱਕੇ ਹੋ। ਇਹ ਅਜਿਹਾ ਨਾ ਹੋ ਚੁੱਕਾ ਹੁੰਦਾ ਤਾਂ ਤੁਸੀਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਚੁੱਕੇ ਨਾ ਹੁੰਦੇ। ਮੈਂ ਇਸ ਬਹੁਤ ਵੱਡੇ ਠਾਠਾ ਮਾਰ ਦੇ ਇਕੱਠ ਤੋਂ ਬਹੁਤ ਖੁਸ਼ ਹਾਂ। ਧਰਮ ਬਦਲੀ ਦੀ ਲੋੜ। ਮੇਰੇ ਧਰਮ ਬਦਲੀ ਦੇ ਸਮੇਂ ਦੇ ਐਲਾਨ ਤੋਂ ਸਾਡੇ ਆਦਮੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਮੀਟਿੰਗਾਂ ਬੁਲਾਈਆਂ ਅਤੇ ਆਪਣੇ ਵਿਚਾਰ ਅਤੇ ਰਾਏ ਪ੍ਰਗਟ ਕੀਤੀਆਂ ਜਿਹੜੀਆਂ ਮੈਂ ਆਸ ਕਰਦਾ ਹਾਂ ਤੁਹਾਡੇ ਤੱਕ ਪਹੁੰਚ ਚੁੱਕੀਆਂ ਹਨ।
परंतु अजे तक सानू इकट्ठे होकर धर्म बदली के मसले ते विचार करन दा ते फैसला करन दा मौका नहीं मिलिया सी। मेरा अजिहे मौके नाल बहुत सारा तुअल्लक सी। तुसी सारे सहमत होवोगे कि धर्म बदली की लहर नूं सफल बनाउण लई योजना बहुत जरूरी है। धर्म बदली एक बच्चा खेड नहीं है, यह दिल बहलावे का मसला नहीं। इंसान की जिंदगी किस तरह सफल बनाउणी है दे इस वरताओ नाल है। एक किश्ती चालक नूं उहदे समुद्री सफ़र ते रवाना होण तो पहलां सारियां तैयारियां करनियां पैंदियां हन। इसलिए सानू भी अजिहियां तैयारियां करनियां पैणियां हन। इस तो बगैर दूसरे कंढे पहुंचना संभव नहीं होवेगा। परंतु जिवें कि किश्ती दा मलाह जद तक वह किश्ती विच सफ़र कर रहे यात्रियों का अंदाज़ा नहीं लगाउंदा, समान नहीं लददा। इसे तरह मेरी भी हालत उहदे वांग है अते मैं पक्के तत्थां तो बगैर चल नहीं सकदा। बंबे विच जद मैं अपना ख्याल कुछ कामिਆਂ ਮੂਹਰੇ ਜ਼ਾਹਰ ਕੀਤਾ कि मैं पब्लिक की राय जानने के योग नहीं होवांगा जद तक असीं एक कानफ्रेंस विच नहीं मिलते। उन्होंने अपनी इच्छा नाल यह कानफ्रेंस बुलाउण की जिम्मेवारी का भार बगैर कोई बहाना बनाउंदिआं खर्चे अते मेहनत बारे मोढा ढा दिता। किहड़े दुख उन्हां नूं उठाउणे पए ਪਹਿਲਾਂ ही साडे शरधावान लीडर अते कमेटी के प्रधान श्री रैब जी दग्दू जी डलास द्वारा अपने भाषण विच बयान कर चुके हैं। मैं कानफ्रेंस की स्वागती कमेटी वालों अजिही मेहनत नाल कोशिशां करन तो बाद मीटिंग का इंतजाम करन लई सिखर दा कर्जदार हाँ। गलती छूहे जाण वाले इकल्लियां सछूतां विच रहिंदी है। धर्म बदली खिलाफ एक होर दलील अगे रखी जाती है। कुछ हिंदू तर्क दिंदे हन कि धर्म बदली बेकार है जेकर तुसीं यह जात पाती प्रबंध तो बेदिल हुंदिआं करदे हो। हिंदू वकालत करते हैं कि तुसी जिथे किथे भी जाते हो उत्थे एक जातिवाद है। जेकर तुसी मुसलमान बनते हो उत्थे जात पात है, जेकर तुसी ईसाई बनते हो उत्थे भी जात पात है। सिट्टे वजों यह प्रवान करना कि जाति पाती प्रबंध इस देश विच दूसरे धर्मां दे समाजां विच भी रींग के जा चुका है। परंतु यह वड्डे गुनाह जात पात नूं पालन पोषण का भार सिर्फ हिंदुआ सिर है। यह बीमारी असलों हिंदुआं तो फैली है ते बाद विच दूजिआं नूं प्रभावित किया। उन्हां हिंदुआं दे विचारां 'च ओह इहदे नाल बेबस हन, चाहे मुसलमानां विच ईसाईआं वांग जातां दी होंद है। जात पात नूं हिंदुआं वर्गी इक्को जिही दर्शाओगे यह कमीनापण होवेगा। उत्थे हिंदुआं दे जात पात सिस्टम का मुसलमानां अते ईसाईआं दे नालों एक वड्डा फर्क है। पहले यह ध्यान देना चाहिए है कि चाहे ईसाइयां अते मुसलमानां दे विच जातिवाद है, कोई आदमी नहीं कह सकता कि यह उन्हां दे समाजिक प्रबंध की विशेषता है। जेकर कोई पुछदा है तुसी कौन हो, जवाब मैं एक मुसलमान हाँ जां मैं एक ईसाई हाँ तसल्ली देण लई काफ़ी है। कोई आदमी पछाण की लोड़ महसूस नहीं करता कि उसकी जात की है। परंतु जेकर किसी हिंदू नूं पुछया जाता है तुसी कौन हो तो वह कहता है मैं एक हिंदू हाँ। किसी नूं इस उत्तर विच तसल्ली नहीं हुंदी। उहनूं अगे पुछया जाता है तुहाडी जाति की है अते जद तक यह उत्तर दिता जाता है कोई उसके समाजिक दर्जे का अंदाजा नहीं लगा सकता। इस तो यह परतख हो जाता है कि किस तरह हिंदू धर्म विच जात की प्रथम महत्ता है अते किस तरह ईसाईयत अते इस्लाम विच इहदी अणदेखी योग है। उत्थे एक होर हिंदुआं दे जात पाती प्रबंध अते मुसलमानां ते ईसाईआं दे दरमियान ज़्यादा फर्क है। हिंदुआं विच जात पाती प्रबंध हिंदू धर्म की नींह है। जात पात नूं मुसलमानां ते ईसाई धर्म विच मानता प्राप्त नहीं है। जेकर हिंदू जात पात नूं तोड़न दा अगाहों दावा करते हैं तां धर्म उन्हां दे राह विच आवेगा। दूसरे पासे जेकर मुसलमान अते ईसाई अपणियां समाजां विचों जात पाती प्रबंध खत्म करन लई लहर शुरू करते हैं, उन्हां दा धर्म इस ते इतराज़ नहीं करेगा। हिंदू अपणियां जातां दा ओह अपने धर्म नूं तबाह करन तो बगैर खात्मा नहीं कर सकते। मुसलमानां ते ईसाईआं नूं जातां दे खात्मे लई उन्हां दे धर्मां नूं तबाह करन दी लोड़ नहीं, सगों उन्हां दा धर्म अजिहियां लहरां दी वड्डे पੱਧਰ तक हमायत करेगा। तुहानूं मन विच रखना होवेगा कि यह एक औखा वेला है। तुहाडा अज दा फैसला तुहाडीआं आउण वालीआं नस्लां दी खुशहाली दा तराश के रूप बदल राह कढ देवेगा। जेकर तुसी अज रिहाई प्राप्त करन दा फैसला करते हो तुहाडीआं आउण वालीआं पीढ़ियां पक्के तौर ते आज़ाद हो जाणगीआं। जेकर तुसी गुलाम रहण दा फैसला करते हो तुहाडीआं आउण वालीआं नस्लां भी गुलाम होणगीआं। हुण तो तुहाडा सब तो मुश्किल कारज है। महार कानफ्रेंस बंबई का भाषण समाप्त। नोट
सारा भाषण 40-50 सफ़े की लिखत है, पर इत्थे इन्ना ही हवाला मात्र वनगी दिती गई है। अपना दीपक आप बनो। तद सोचदियां मैं तुहानू इस मौके किहड़ा सुनेहा दिंदा। मैं सिद्धार्थ बुद्ध द्वारा भिक्षु संघ नू अपने महानिर्वाण तो थोड़ा पहला दिता सुनेहा याद किया, जिहड़ा महापरिनिर्वाण सूतां विच हवाले नाल दिता जा चुका है। एक बार सिद्धार्थ बीमारी तो राहत लैके एक दरख्त हेठ एक थां उपर आराम कर रहे सन। ਉਹਦਾ आदर्श चेला आनंद बुद्ध कोल गया ਅਤੇ नमस्कार करदियां उन्हां दे नज़दीक बैठ आख्या, मैं महापुरुषां नूं बीमारी विच उसे तरह ही खुशी विच देख चुका हाँ, परंतु सिद्धार्थ बुद्ध की मौजूदा बीमारी तो मेरा शरीर एक सिक्के वांग भारा हो चुका है। मेरा मन शांति विच नहीं है। मैं धम्मा उपर केंद्रित नहीं कर सकता, परंतु मैं दिलासा ਅਤੇ तसल्ली महसूस करदा हाँ कि मालक परिनिर्वाण प्राप्त नहीं करनगे जद तक संघ नूं संदेश नहीं दिता जाता। फिर मालक ने इस तरह उत्तर दिता, आनंदा, संघ मैथों की आस रखता है। आनंदा, मैं धम्म दा प्रचार खुले दिल नाल कर चुका हाँ, किसी भी चीज़ नूं लुकाउण तो बगैर। तथागत ने कोई चीज़ लुका के नहीं रखी, जिस तरह कुछ दूजे गुरु करते हैं। आनंदा, तथागत भिक्षु संघ नूं होर ज़्यादा की दस सकते हैं। इस करके आनंदा, सूरज वांग अपने आप चानण करदियां रहण, धरती वांग रोशनी ते निर्भर ना रहना। अपने आप विच विश्वास रखो, दूजियां ते निर्भर ना रहो, सच्चे रहो, हर वेले सच दा आसरा लो अते किसे अगे आत्म समर्पण ना करो। मैं भी बुद्ध दे शब्दां दा आसरा लैंदा हाँ। अपने राह दरसावे आप बनो। तुसीं अपनी सोच दा आसरा लवो, दूजियां दी सिੱਖਿਆ ना सुनो, दूसरियां तो हार ना खाओ, ईमानदार बनो, सच दा आसरा लवो, किसी चीज़ नूं आत्म समर्पण ना करो। जेकर तुसी इस मौत ते सिद्धार्थ बुद्ध दा संदेश मन विच रखोगे, मैनूं विश्वास है तुहाडा फैसला गलत नहीं होवेगा। महार कानफ्रेंस बंबे दे भाषण दा आखिरी हिस्सा। जनता डेटेड 27 जून 1936। Translated from Marathi to English by Vasant Moon and editors. Dr. Baba Sahib Ambedkar Writing and Speeches, page 113 ਤੋਂ 147, volume 17, part 3, Government of Maharashtra, year 2003। अंग्रेजी ਤੋਂ ਪੰਜਾਬੀ अनुवाद लेखक। डॉक्टर मूंजे धर्म बदली होए सिखां ते मुसलमानां दी घर वापसी कर रहा सी। डॉक्टर मूंजे एक होर दूजा हिंदू महासभा का लीडर अछूतां विचों धर्म बदली कर गए सिखां ते मुसलमानां नूं दुबारा हिंदूइज़म च धर्म बदली करवा चुका सी अते अजिहे ही विचार रखदा सी। बिहार तो एक कायस्थ लीडर राजेंद्र प्रसाद पक्का कट्टड़ हिंदू जो अछूतां नूं अपने घर वाड़न जां इसनूं सफाई करवाउण दा जोखम नहीं उठा सकदा सी, उसने भी हिंदूइज़म दे त्याग करन दी विरोधता कीती। डॉक्टर मूंजे ने कहा, धर्म बदली अछूतां लई कुछ करन वाली नहीं है, यह किसी मुश्किल दा हल नहीं करन जा रही। उसने फिर भी कहा कि उसनूं कोई इतराज़ नहीं है जे अछूतां सिखिज़म अपनाया। 10 पोक अंबेडकर वॉल्यूम 4 पन्ना 178। हमायती अंग्रेजी तो पंजाबी अनुवाद पन्ना 167। डॉक्टर अंबेडकर का योला ऐलाननामा 12-13 अक्तूबर 1935 अछूतां द्वारा भारत के दूसरे हिस्सों में वड्डे उत्साह नाल प्रवान किया गया। सारे देश विच अछूत इस्लाम, ईसाई धर्म और सिखिज़म वर्गे एक अच्छे समाज वाल रुख कर रहे सन। कुछ नूं हिंदुआं द्वारा प्रचार अधीन लिया गया सी जो आर्य समाजी बन चुके सन, किसी भी तरह दूसरे हिंदुआं तो वखरे नहीं सन। असल विच ओह अछूतां लई ज़्यादा खतरनाक साबित हो रहे सन क्योंकि आर्य समाज अछूतां विचले इनकलाब अते जागृति नूं बन के रख चुका सी। किसी भी तरह की हिंदू समाज अंदर बुनियादी तब्दीली बगैर वह सारे आर्य समाजी एक नवी परिभाषा वर्ण आश्रम धर्म की दे चुके सन। अछूतां विच बहुत सारे जो वाड़ दी वाड़ विच बैठे सन योला ऐलाननामे तो मिली मानता उत्साह अते तब्दीली नूं भंन तोड़ रहे सन, जिन्हां लई बिना शक हिंदू अखबारां 'च
ਕਾਰਨ ਪੂਰੀ ਤਰ੍ਹਾਂ ਛਾਇਆ ਨਹੀਂ ਕੀਤੇ ਗਏ ਸਨ, ਪਰੰਤੂ ਮਹੀਨਿਆਂ ਬੱਧੀ ਹਿੰਦੂ ਲੀਡਰ ਅਤੇ ਬੁੱਧੀਮਾਨ ਲੋਕ ਪੱਕੇ ਤੌਰ ਤੇ ਅਤੇ ਪੂਰੀ ਤਰ੍ਹਾਂ ਜੋਸ਼ ਨਾਲ ਡਾਕਟਰ ਅੰਬੇਡਕਰ ਦੇ ਹਿੰਦੂਇਜ਼ਮ ਨੂੰ ਤਿਆਗ ਦੇਣ ਦੇ ਸੱਦੇ ਦੀ ਆਲੋਚਨਾ ਕਰ ਰਹੇ ਸਨ। ਅਛੂਤਾਂ ਵਿੱਚ ਬੁੱਧੀਮਾਨਾਂ ਅਤੇ ਗਿਆਨਵਾਨਾਂ ਨੇ ਹਿੰਦੂਆਂ ਦੇ ਉਦੇਸ਼ਾਂ ਨੂੰ ਚੰਗੀ ਤਰ੍ਹਾਂ ਜਾਣਿਆ। ਇਹ ਉਹਨਾਂ ਨੂੰ ਯਕੀਨ ਕਰਨ ਨੂੰ ਲੈ ਗਿਆ। ਸਾਰੇ ਦੇਸ਼ ਵਿੱਚ ਅਛੂਤਾਂ ਨੇ ਧਰਮ ਬਦਲੀ ਦੀ ਹਿਮਾਇਤ ਵਿੱਚ ਮੀਟਿੰਗਾਂ ਜਥੇਬੰਦ ਕੀਤੀਆਂ ਅਤੇ ਬਹੁਤਿਆਂ ਨੇ ਅਸਲ ਵਿੱਚ ਛੇਤੀ ਇਸਲਾਮ, ਸਿੱਖੀਜ਼ਮ ਜਾਂ ਈਸਾਈ ਧਰਮ ਨੂੰ ਅਪਣਾ ਲਿਆ। ਪੰਜਾਬ ਵਿੱਚ ਜਿੱਥੇ ਹਿੰਦੂਆਂ ਦੀਆਂ ਸੰਸਥਾਵਾਂ ਵੱਧ ਸਰਗਰਮ ਸਨ, ਮੀਟਿੰਗਾਂ ਕੀਤੀਆਂ ਗਈਆਂ। ਕਾਦੀਆਨਾ ਦੇ ਅਹਿਮਦੀ ਮੁਸਲਿਮ ਲੀਡਰ ਕਾਦੀਆ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਨੇ ਅਛੂਤਾਂ ਨੂੰ ਇਸਲਾਮ ਧਾਰਨ ਕਰਨ ਲਈ ਬੇਨਤੀ ਕੀਤੀ। ਅਖਬਾਰਾਂ ਨੇ ਇਹਨਾਂ ਦੀਆਂ ਕਾਰਵਾਈਆਂ ਨੂੰ ਛਾਇਆ ਨਾ ਕੀਤਾ ਕਿਉਂਕਿ ਬਹੁਤ ਸਾਰੇ ਅਖਬਾਰ ਹਿੰਦੂਆਂ ਦੁਆਰਾ ਚਲਾਏ ਜਾ ਰਹੇ ਜਾਂ ਖਰੀਦੇ ਹੋਏ ਸਨ। ਪੰਨਾ 167, 168, 10 ਸਪੋਕ ਅੰਬੇਡਕਰ ਵੋਲਿਊਮ 4। ਧਰਮ ਬਦਲੀ ਕਾਨਫਰੰਸ ਲਖਨਊ। ਕੁਝ ਇੱਕ ਉਰਦੂ ਅਖਬਾਰਾਂ ਤੋਂ ਇਲਾਵਾ ਮੁਸਲਮਾਨਾਂ ਪਾਸ ਕੋਈ ਅਖਬਾਰ ਨਹੀਂ ਸੀ ਜਿਸ ਦਾ ਪਸਾਰਾ ਸਿਰਫ ਮੁਸਲਮਾਨਾਂ ਦਰਮਿਆਨ ਸੀ। ਇਕੱਠੇ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ 2 ਪ੍ਰਦੇਸ਼ ਆਗਰਾ ਅਤੇ ਔਡੂ, ਜਿਹੜੇ 1857 ਦੀ ਗੜਬੜ ਤੋਂ ਬਾਅਦ ਇਕੱਠੇ ਸਨ, ਇਸ ਨੂੰ ਔਡ ਐਂਡ ਆਗਰਾ ਦਾ ਇਕੱਠਾ ਪ੍ਰਦੇਸ਼ ਕਿਹਾ ਜਾਂਦਾ ਸੀ। ਛੋਟਾ ਨਾਂ ਯੂਪੀ ਅਤੇ ਹੁਣ ਇਸ ਨੂੰ ਉੱਤਰ ਪ੍ਰਦੇਸ਼ ਕਿਹਾ ਜਾਂਦਾ ਹੈ। ਅਛੂਤਾਂ ਦੀ ਇੱਥੇ ਜ਼ਿਆਦਾ ਆਬਾਦੀ ਹੈ। ਜ਼ਿਆਦਾ ਗਿਣਤੀ ਚਮਾਰ, ਰਵਿਦਾਸੀ ਸਨ। ਅਗਲੀਆਂ ਬਾਲਮੀਕੀ ਜਾਤਾਂ ਅਤੇ ਜਿਵੇਂ ਖਟੀਕਸ, ਪਾਸੀ, ਧੋਬੀ ਜਾਤੀਆਂ ਆਦਿ ਆਉਂਦੀਆਂ ਹਨ। ਯੂਪੀ ਦੇ ਅਛੂਤਾਂ ਨੇ ਧਰਮ ਬਦਲੀ ਬਾਰੇ ਵਿਚਾਰ ਕਰਨ ਲਈ ਇੱਕ ਕਾਨਫਰੰਸ ਲਖਨਊ ਵਿੱਚ ਕੀਤੀ। ਇਹ ਕਾਨਫਰੰਸ ਧਰਮ ਬਦਲੀ ਦੇ ਹਿਮਾਇਤੀਆਂ ਦੁਆਰਾ ਜਥੇਬੰਦ ਕੀਤੀ ਗਈ। ਉਹ ਵੱਖ-ਵੱਖ ਧਰਮਾਂ ਦੇ ਲੀਡਰ ਕਾਨਫਰੰਸ ਲਈ ਬੁਲਾ ਚੁੱਕੇ ਸਨ। ਡਾਕਟਰ ਅੰਬੇਡਕਰ ਜੀ ਨੂੰ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ। ਕੁਝ ਕਾਰਨਾਂ ਕਰਕੇ ਉਹ ਲਖਨਊ ਕਾਨਫਰੰਸ 'ਚ ਹਾਜ਼ਰ ਨਾ ਹੋ ਸਕੇ। ਪ੍ਰਬੰਧਕ ਉਹਨਾਂ ਨੂੰ ਚਾਰ ਬਾਗ ਲਖਨਊ ਸਟੇਸ਼ਨ ਤੇ ਜੀ ਆਇਆਂ ਕਹਿਣ ਲਈ ਦੇਰ ਸ਼ਾਮ ਤੱਕ ਉਡੀਕਦੇ ਰਹੇ ਸਨ। ਉਹਨਾਂ ਨੇ ਤਾਰ ਰਾਹੀਂ ਸੁਨੇਹਾ ਪ੍ਰਾਪਤ ਕੀਤਾ ਕਿ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਉਹ ਇਸ ਹਾਲਤ ਵਿੱਚ ਨਹੀਂ ਸਨ ਤੇ ਰੇਲਵੇ ਯਾਤਰਾ ਕਰਦਿਆਂ ਨਾ ਪਹੁੰਚ ਸਕੇ। ਇੱਕ ਮਹਾਰ ਸੰਤ ਅਤੇ ਸਮਾਜ ਸੁਧਾਰਕ ਸੰਤ ਪਤਿਤ ਪਾਵਨ ਦਾਸ ਨੇ ਉਹਨਾਂ ਦੀ ਗੈਰ ਹਾਜ਼ਰੀ 'ਚ ਪ੍ਰਧਾਨਗੀ ਕੀਤੀ। ਇਸ ਕਾਨਫਰੰਸ ਵਿੱਚ ਧਰਮ ਬਦਲੀ ਦੇ ਹੱਕ ਵਿੱਚ ਲੋਕ ਰਾਏ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਹਿੰਦੂਆਂ ਦੇ ਹੱਥਾਂ ਤੋਂ ਅਛੂਤਾਂ ਤੇ ਜ਼ੁਲਮ ਅਤੇ ਅਛੂਤਪਣ ਦੀ ਮਸ਼ਕ ਦੇ ਬਗੈਰ ਇਹ ਨਹੀਂ ਹੋ ਸਕਦਾ ਸੀ। ਉੱਤਰ ਪ੍ਰਦੇਸ਼, ਜਿਵੇਂ ਇਹ ਅਜੇ ਹੈ, ਹਿੰਦੂਇਜ਼ਮ ਦੇ ਇੱਕ ਤਾਕਤਵਰ ਤੇ ਕੱਟੜਤਾ ਦੇ ਕੇਂਦਰਾਂ 'ਚੋਂ ਇੱਕ ਸੀ। ਇਸ ਕਰਕੇ ਉੱਤਰ ਪ੍ਰਦੇਸ਼ ਆਰਥਿਕ, ਵਿਦਿਅਕ ਅਤੇ ਸੱਭਿਆਚਾਰ ਜੋ ਅਛੂਤਾਂ ਉੱਪਰ ਉੱਚਤਮ ਅਨੁਪਾਤ ਦੇ ਜ਼ੁਰਮਾਂ ਨਾਲ, ਅਗਿਆਨਤਾ ਅਤੇ ਧਾਰਮਿਕ ਕੱਟੜਪੁਣੇ ਨਾਲ ਪਛੜਿਆ ਰਾਜ ਸੀ। ਪੰਨਾ 169, 170। ਈਸਾਈ ਮਿਸ਼ਨਰੀਆਂ ਨੇ ਲਖਨਊ ਵਿੱਚ ਵੀ ਕਾਨਫਰੰਸ ਕਰਕੇ ਅਛੂਤਾਂ ਦੀ ਧਰਮ ਬਦਲੀ ਦੀ ਹਮਾਇਤ ਕੀਤੀ। ਮਹਾਤਮਾ ਗਾਂਧੀ ਨੇ ਕ੍ਰਿਸਚੀਅਨ ਕਾਨਫਰੰਸ ਵਿੱਚ ਪਾਸ ਹੋਏ ਮਤੇ ਦੀ ਛੋਟ ਲੈ ਲਈ। ਉਸ ਨੂੰ ਅਛੂਤਾਂ ਦੀ ਧਮਕੀ ਦਾ ਡਰ ਨਹੀਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਅਛੂਤਾਂ ਕੋਲ ਵੱਡੀ ਗਿਣਤੀ 'ਚ ਧਰਮ ਬਦਲੀ ਦਾ ਇੰਤਜ਼ਾਮ ਕਰਨ ਲਈ ਸਾਧਨਾਂ ਦੀ ਘਾਟ ਸੀ, ਪਰੰਤੂ ਈਸਾਈਆਂ ਕੋਲ ਸਾਧਨ ਸਨ ਅਤੇ ਵੱਡੀ ਪੱਧਰ ਤੇ ਧਰਮ ਬਦਲੀ ਦਾ ਤਜਰਬਾ ਵੀ ਸੀ। ਕੇਰਲਾ ਦੀ ਇੱਕ ਮਸ਼ਹੂਰ ਸੰਸਥਾ ਐਜਹਵਾ ਇੱਕ ਧਾਰਮਿਕ ਕਾਨਫਰੰਸ SNDP ਯੋਗਮ ਦੇ ਸਬੰਧ ਵਿੱਚ ਕੇਰਲਾ ਅੰਦਰ ਸਾਲਾਨਾ ਮੀਟਿੰਗ ਕੀਤੀ ਗਈ। ਉਹਨਾਂ ਨੇ ਵੱਡੀ ਪੱਧਰ ਤੇ ਧਰਮ ਬਦਲੀ ਬਾਰੇ ਡਾਕਟਰ ਅੰਬੇਡਕਰ ਜੀ ਦੁਆਰਾ ਦਿੱਤੇ ਗਏ ਹੁੰਗਾਰੇ ਤੇ ਵਿਚਾਰ ਕੀਤੀ। ਟਰਾਵਨਕੌਰ ਕਾਂਗਰਸ ਵੱਲੋਂ ਵਿਰੋਧ। ਮਿਸਟਰ ਖਾਲਿਦ ਲਤੀਫ ਗੋਬਾ ਪੰਜਾਬ ਤੋਂ ਇੱਕ ਮਸ਼ਹੂਰ ਲੀਡਰ ਜੋ ਧਰਮ ਬਦਲੀ ਦੀ ਹਿਮਾਇਤ ਕਰ ਰਿਹਾ ਸੀ। ਕਾਨਫਰੰਸ ਨੇ ਮਤਾ ਇਹ ਪਕਾਇਆ ਕਿ ਐਜਹਵਾ ਲਈ ਅਸੰਭਵ ਹੈ ਆਤਮ ਸਨਮਾਨ ਨਾਲ ਰਹਿਣਾ ਜਿੰਨਾ ਚਿਰ ਉਹ ਹਿੰਦੂਆਂ ਵਿੱਚ ਰਹਿੰਦੇ ਹਨ। ਇਸ ਕਰਕੇ ਉਹਨਾਂ ਨੂੰ ਹਿੰਦੂਇਜ਼ਮ ਨੂੰ ਜ਼ਰੂਰ ਤਿਆਗ ਦੇਣਾ ਚਾਹੀਦਾ ਹੈ। ਟਰਾਵਨਕੌਰ ਕੇਰਲਾ ਇੱਕ ਹਿੰਦੂ ਰਾਜ ਸੀ ਅਤੇ ਉੱਥੇ ਕਾਂਗਰਸ ਦੀ ਇੱਕ ਬ੍ਰਾਂਚ ਕੰਮ ਕਰ ਰਹੀ ਸੀ। ਉਹਨਾਂ ਨੇ ਵੀ ਧਰਮ ਬਦਲੀ ਦਾ ਵਿਰੋਧ ਕਰਨ ਲਈ ਇੱਕ ਕਾਨਫਰੰਸ ਜਥੇਬੰਦ ਕੀਤੀ। ਮਿਸਟਰ M ਗੋਵਿੰਦਨ ਟਰਾਵਨਕੌਰ ਦੀ ਵਿਧਾਨ ਸਭਾ ਦੇ ਉੱਪਰਲੇ ਸਦਨ ਦੇ ਮੈਂਬਰ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਡਾਕਟਰ ਅੰਬੇਡਕਰ ਦਾ ਮੰਗਜ ਨੂੰ ਵਿਸ਼ਵਾਸ। ਉਹਨਾਂ ਦੇ ਕੋਟੇ ਦਾ ਵਾਅਦਾ ਕਰਦਾ ਹੈ ਜੇਕਰ ਉਹ ਚੋਣਾਂ ਲਈ ਉਸ ਦੀ ਪਾਰਟੀ 'ਚ ਜੁੜਦੇ ਹਨ।
ਬੰਬਈ ਪ੍ਰੈਜ਼ੀਡੈਂਸੀ ਦੀ ਕਾਨਫਰੰਸ ਪਿਛਲੇ ਮੰਗਲਵਾਰ 2 ਜੂਨ 1936 ਨਇਆ ਗਾਓ ਦਾਦਰ ਵਿੱਚ ਕੀਤੀ ਗਈ। ਲਗਭਗ ਮਾਂਗ ਕਮਿਊਨਿਟੀ ਦੇ 5000 ਮੈਂਬਰ ਅਤੇ ਪ੍ਰੈਜ਼ੀਡੈਂਸੀ ਦੇ ਤੇ ਦੂਸਰੇ ਵੱਖ-ਵੱਖ ਜ਼ਿਲ੍ਹਿਆਂ ਤੋਂ ਡੈਲੀਗੇਟਸ ਇਜਲਾਸ ਵਿੱਚ ਸ਼ਾਮਲ ਹੋਏ। ਆਮ ਸਹਿਮਤੀ ਨਾਲ ਮੁੱਖ ਮਤਾ ਪ੍ਰਵਾਨ ਕੀਤਾ। ਦੱਸਿਆ ਗਿਆ ਕਿ ਮਾਂਗ ਕਮਿਊਨਿਟੀ ਕੋਲ ਦੂਜਾ ਹੱਲ ਨਹੀਂ ਪਰ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨ ਲਈ ਧਰਮ ਦੀ ਬਦਲੀ ਕਰਨਾ ਸੀ। ਮਤਾ ਵੀ ਐਲਾਨ ਕੀਤਾ ਗਿਆ ਕਿ ਮਾਂਗ ਕਮਿਊਨਿਟੀ ਦਾ ਡਾਕਟਰ ਅੰਬੇਡਕਰ 'ਚ ਪੂਰਾ ਭਰੋਸਾ ਹੈ ਅਤੇ ਇਹ ਧਰਮ ਬਦਲੀ ਲਈ ਉਹਦੇ ਪਿੱਛੇ ਹੁਕਮ ਮੰਨਦੇ ਹੋਏ ਭਾਰੀ ਗਿਣਤੀ 'ਚ ਚੱਲਣ ਲਈ ਤਿਆਰ ਕੀਤੇ ਗਏ ਸਨ। ਦੂਸਰਾ ਮਤਾ ਆਪਣੀ ਕਮਿਊਨਿਟੀ ਦੀ ਹਾਲਤ ਸੁਧਾਰਨ ਨਾਲ ਸੰਬੰਧਿਤ ਸੀ। ਇਹ ਵੀ ਇੱਕ ਮਤ ਨਾਲ ਪ੍ਰਵਾਨ ਕੀਤਾ ਗਿਆ। ਡਾਕਟਰ ਅੰਬੇਡਕਰ ਜੋ ਖਾਸ ਸੱਦੇ ਤੇ ਹਾਜ਼ਰ ਸੀ, ਕਾਨਫਰੰਸ ਨੂੰ ਤਕਰੀਬਨ 1 ਘੰਟੇ ਲਈ ਸੰਬੋਧਨ ਕੀਤਾ। ਸ਼ੁਰੂਆਤ ਤੇ ਉਹਨਾਂ ਨੇ ਭਾਸ਼ਣ ਕਰਦਿਆਂ ਖਰੀ ਗੱਲ ਕਹੀ ਕਿ ਮਾਂਗ ਕਮਿਊਨਿਟੀ ਖਾਸ ਤੌਰ ਤੇ ਧਰਮ ਬਦਲੀ ਦੇ ਵਿਸ਼ੇ ਤੇ ਆਪਣੇ ਫੈਸਲੇ ਦਾ ਐਲਾਨ ਕਰ ਚੁੱਕੀ ਹੈ। ਦੇ ਬਾਅਦ ਭਾਸ਼ਣ ਲਈ ਸਮਾਂ ਚੁਣਿਆ ਹੈ ਕਿਉਂਕਿ ਉਹ ਹਲਕੀ ਡਿਗਰੀ 'ਚ ਵੀ ਉਹਨਾਂ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦਾ ਸੀ। ਉਸਨੇ ਦੱਬੀਆਂ ਕੁਚਲੀਆਂ ਜਾਤਾਂ ਦਰਮਿਆਨ ਜਾਤਾਂ 'ਚ ਬੁਰਾਈ ਦੀ ਹੋਂਦ ਮੰਗੀ ਹੋਈ ਚੀਜ਼ ਦੱਸਿਆ। ਦ ਬੰਬੇ ਕ੍ਰੋਨਿਕਲਸ ਡੇਟਡ 5 ਜੂਨ 1936 ਹਵਾਲਾ ਸਫਾ 140/164 ਸੋਰਸ ਮਟੀਰੀਅਲ ਵੋਲਿਊਮ 1। ਹਿੰਦੂਵਾਦ ਤੇ ਦੋਸ਼ ਲਾਉਣਾ। ਉਸਨੇ ਕਿਹਾ ਕਿ ਕਿਵੇਂ ਵੀ ਹੋਵੇ ਇਹ ਇੱਕ ਬੁਰਾਈ ਨਹੀਂ ਜਿਹਦੇ ਲਈ ਦੱਬੀਆਂ ਕੁਚਲੀਆਂ ਜਾਤਾਂ ਜ਼ਿੰਮੇਵਾਰ ਹਨ। ਇਹ ਹਿੰਦੂਵਾਦ ਹੈ ਜਿਹੜਾ ਇਹਦੇ ਲਈ ਜ਼ਿੰਮੇਵਾਰ ਸੀ। ਜੇਕਰ ਮਾਂਗ ਕਮਿਊਨਿਟੀ ਜਾਤ-ਪਾਤ ਸਿਸਟਮ ਦੇ ਬੁਰੇ ਪ੍ਰਭਾਵਾਂ ਤੋਂ ਮਜਬੂਰ ਹੋ ਕੇ ਬਾਹਰ ਆਉਣਾ ਚਾਹੁੰਦੀ ਹੈ, ਉਹ ਉਸ ਹਿੰਦੂਵਾਦ ਦੇ ਘੇਰੇ 'ਚੋਂ ਬਾਹਰ ਨਿਕਲ ਜਾਣ। ਉਸਨੇ ਮਾਂਗ ਕਮਿਊਨਿਟੀ ਨੂੰ ਮਹਾਰ ਕਮਿਊਨਿਟੀ ਦਾ ਮੈਂਬਰ ਹੋਣ ਦੇ ਨਾਤੇ ਯਕੀਨ ਦਿਵਾਇਆ। ਦੱਬੀਆਂ ਕੁਚਲੀਆਂ ਜਾਤਾਂ ਦੀ ਬੰਬਈ ਪ੍ਰੈਜ਼ੀਡੈਂਸੀ ਵਿੱਚ ਇੱਕ ਵੱਧ ਗਿਣਤੀ ਵਾਲੀ ਕਮਿਊਨਿਟੀ ਹੈ। ਜੇ ਉਹ ਉਹਨਾਂ ਨਾਲ ਆਉਣ ਦੀ ਚੋਣ ਕਰਦੀਆਂ ਹਨ, ਉੱਥੇ ਉਹਨਾਂ ਨਾਲ ਕੁਝ ਵੀ ਹੋਵੇ, ਕਿਸੇ ਤਰ੍ਹਾਂ ਵੀ ਮਹਾਰਾਂ ਅਤੇ ਮਾਂਗਸ 'ਚ ਫਰਕ ਨਹੀਂ ਹੋਵੇਗਾ। ਉਹਨੇ ਮਾਂਗ ਕਮਿਊਨਿਟੀ ਨੂੰ ਅਗਾਂਹ ਭਰੋਸਾ ਦਿੱਤਾ ਕਿ ਦੱਬੀਆਂ ਕੁਚਲੀਆਂ ਜਾਤਾਂ ਨੂੰ ਬੰਬਈ ਪ੍ਰੈਜ਼ੀਡੈਂਸੀ ਵਿੱਚ ਅਲਾਟ ਕੀਤੀਆਂ 15 ਸੀਟਾਂ ਦੇ ਕੋਟੇ ਵਿੱਚੋਂ ਉਹਨਾਂ ਦੀ ਗਰੰਟੀ ਲਈ ਮਹਾਰਾਂ ਨੂੰ ਤਿਆਰ ਕੀਤਾ ਗਿਆ ਸੀ, ਬਸ਼ਰਤੇ ਉਹ ਪਾਰਟੀ ਦੀਆਂ ਸ਼ਰਤਾਂ ਦੇ ਪਾਬੰਦ ਹੋਣ ਲਈ ਤਿਆਰ ਕੀਤੇ ਗਏ ਹੋਣ। ਅੰਤ ਵਿੱਚ ਡਾਕਟਰ ਅੰਬੇਡਕਰ ਨੇ ਦਰਸ਼ਕਾਂ ਨੂੰ ਦੱਸਿਆ ਕਿ ਧਰਮ ਬਦਲੀ ਦਾ ਹੱਲ ਉਹ ਦੱਬੀਆਂ ਕੁਚਲੀਆਂ ਜਾਤਾਂ ਮੂਹਰੇ ਰੱਖ ਚੁੱਕਾ ਸੀ। ਉਹਨਾਂ ਦੇ ਲੰਮੇ ਸਮੇਂ ਦੀ ਗਿਰਾਵਟ 'ਚੋਂ ਨੀਚਾਂ ਦੇ ਉੱਪਰ ਉੱਠਣ ਲਈ ਇੱਕ ਸ਼ਾਨਦਾਰ ਸਕੀਮ ਸੀ। ਹਵਾਲਾ ਸਫਾ 141 ਸੋਰਸ ਮਟੀਰੀਅਲ ਵੋਲਿਊਮ 1। ਉਹ ਆਪਣੀ ਬਹਿਸ ਦੇ ਹੱਕ ਵਿੱਚ ਡਾਕਟਰ ਅੰਬੇਡਕਰ 2 ਉਦਾਹਰਨਾਂ ਪੰਜਾਬ ਤੋਂ ਦਿੰਦੇ ਹਨ, ਜਿੱਥੇ ਦੱਬੀਆਂ ਕੁਚਲੀਆਂ ਜਾਤਾਂ ਦੇ ਅੱਗੋਂ ਸ਼ਡਿਊਲ ਕਾਸਟ ਦਾ ਵਰਗੀਕਰਨ ਕੀਤਾ ਜਾ ਚੁੱਕਾ ਹੈ। ਸਾਬਤ ਹੋਈ ਸੱਚਾਈ ਦੇ ਤੱਥਾਂ ਦੇ ਬਾਵਜੂਦ ਕਿ ਉਹ ਹਿੰਦੂ ਨਹੀਂ ਹਨ। ਆਦ ਧਰਮੀਆਂ ਤੇ ਰਾਮਦਾਸੀਆਂ ਦੀਆਂ ਇਹ 2 ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਪਹਿਲੀ ਸਰਕਾਰ ਨੂੰ ਦੱਸਣ ਲਈ ਰਸਮੀ ਤੌਰ ਤੇ ਜਾ ਚੁੱਕੀ ਹੈ ਕਿ ਉਹ ਹਿੰਦੂ ਨਹੀਂ ਹਨ ਅਤੇ ਅਜੇ ਉਹਨਾਂ ਨੂੰ ਸ਼ਡਿਊਲ ਕਾਸਟ ਦੀ ਸੂਚੀ ਵਿੱਚ ਆਮ ਚੋਣ ਹਲਕੇ ਅਧੀਨ ਰੱਖਿਆ ਗਿਆ ਹੈ। ਪੰਜਾਬ ਦੀ 1931 ਦੀ ਮਰਦਮਸ਼ੁਮਾਰੀ ਰਿਪੋਰਟ ਕਹਿੰਦੀ ਹੈ, ਜ਼ਿਆਦਾ ਯਾਦ ਰੱਖਣ ਵਾਲਾ ਮੁਹਾਂਦਰਾ ਮੌਜੂਦਾ ਮਰਦਮਸ਼ੁਮਾਰੀ ਦੇ ਧਰਮ ਵਾਪਸੀ ਦੇ ਅਸੂਲਾਂ ਤੋਂ ਮੁਕਰਰ ਕੀਤੇ ਆਦ ਧਰਮ ਬਹੁਤ ਸਾਰੇ ਰਵਿਦਾਸੀਆਂ ਅਤੇ ਸ਼ੂਦਰਾਂ ਅਤੇ ਦੂਜੇ ਅਛੂਤਾਂ ਦੀ ਵੱਡੀ ਗਿਣਤੀ ਦੁਆਰਾ ਅਪਣਾ ਲਿਆ ਗਿਆ ਹੈ। ਇੱਕ ਨਵੀਂ ਹਦਾਇਤ ਇਸ ਸਾਲ ਧਰਮ ਸੰਬੰਧੀ ਦਿੱਤੀ ਗਈ। ਆਪਣੇ ਆਪ ਪਰਤ ਰਹੇ ਵਿਅਕਤੀਆਂ ਆਦ ਧਰਮੀਆਂ ਨੂੰ ਇਸੇ ਤਰ੍ਹਾਂ ਰਿਕਾਰਡ ਵਿੱਚ ਰੱਖਣਾ ਚਾਹੀਦਾ ਹੈ। ਪੰਜਾਬ ਆਦ ਧਰਮ ਮੰਡਲ ਪੰਜਾਬ ਸਰਕਾਰ ਅੱਗੇ ਅਰਜ਼ੀ 1930 ਵਿੱਚ ਮਰਦਮਸ਼ੁਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਨੁਮਾਇੰਦਗੀ ਕਰਦਿਆਂ ਪਾ ਚੁੱਕਾ ਸੀ ਕਿ ਦੱਬੀਆਂ ਕੁਚਲੀਆਂ ਜਾਤਾਂ ਨੂੰ ਮਰਦਮਸ਼ੁਮਾਰੀ ਦੇ ਸਮੇਂ ਉਹਨਾਂ ਦੇ ਧਰਮ ਆਦ ਧਰਮ 'ਚ ਵਾਪਸ ਪਰਤਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹ ਪੁਰਾਣੇ ਭਾਰਤ ਦੇ ਜੰਗਲੀ ਲੋਕ ਸਨ ਅਤੇ ਜਦ ਹਿੰਦੂਆਂ ਨੇ ਉਹਨਾਂ ਨੂੰ ਇੱਕ ਸਨਮਾਨਿਤ ਫਰਕ ਤੇ ਰੱਖਿਆ, ਉਹ ਹਿੰਦੂ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ। ਪੰਜਾਬ ਆਦ ਧਰਮ ਮੰਡਲ ਦੇ ਪ੍ਰਧਾਨ ਨੂੰ ਦੱਸਿਆ ਗਿਆ ਕਿ ਇੱਕ ਮਰਦਮਸ਼ੁਮਾਰੀ ਦੇ ਕੋਡ ਦੀ ਲੋੜ ਮਹਿਸੂਸ ਕਰਦਿਆਂ ਰੱਖੀ ਜਾ ਰਹੀ ਹੈ ਕਿ ਆਦਮੀ ਉਹਨਾਂ ਦੇ ਆਦ ਧਰਮ 'ਚ ਵਾਪਸੀ ਜਿਵੇਂ ਹੈ ਰਿਕਾਰਡ 'ਚ ਜਿਵੇਂ ਤਿਵੇਂ ਰੱਖੀ ਜਾਵੇਗੀ। ਆਦ ਧਰਮ ਦਾ ਬੌਧਿਕ ਅਰਥ ਅਸਲੀ ਜਾਂ ਪੁਰਾਤਨ ਧਰਮ ਹੈ। ਹਵਾਲਾ ਸਫਾ 146 ਸੋਰਸ ਮਟੀਰੀਅਲ ਵੋਲਿਊਮ 1। ਇੱਕ ਨਾ ਪੱਖੀ ਰਵੱਈਆ। ਡਾਕਟਰ ਭੀਮ ਰਾਓ ਅੰਬੇਡਕਰ ਅਨੁਸਾਰ ਆਦ ਧਰਮ ਲਹਿਰ ਤੇ ਝਗੜਾ ਇੰਨਾ ਗੰਭੀਰ ਹੋ ਗਿਆ ਕਿ ਬਹੁਤ ਸਾਰੇ ਕਤਲ ਕੀਤੇ ਗਏ। ਕਿੱਦਾਂ ਵੀ ਹੋਵੇ, ਆਦ ਧਰਮੀਆਂ ਨੂੰ ਆਮ ਚੋਣ ਖੇਤਰ ਸ਼ਡਿਊਲ ਕਾਸਟ ਵਜੋਂ ਵਰਗੀਕਰਨ ਕੀਤਾ ਗਿਆ ਕਿ ਉਹ ਹਿੰਦੂ ਨਹੀਂ ਹਨ।
ਨਾ ਕਿ ਉਹ ਉਹਨਾਂ ਦੇ ਦੋ ਅਰਥਾਂ ਵਾਲੀ ਸ਼ੱਕੀ ਧਾਰਨਾ ਨਾਲ ਖੜੇ ਹੁੰਦੇ ਹਨ। ਉਸਦੇ ਆਪਣੇ ਚੇਲਿਆਂ ਦੇ ਕੇਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਹਿੰਦੂਇਜ਼ਮ ਦੇ ਸਬੰਧ ਵਿੱਚ ਨਾ ਪੱਖੀ ਰਵੱਈਆ ਹੈ ਦਾ ਨੁਕਤਾ ਉਠਾਉਂਦੇ ਹਨ ਅਤੇ ਕਿਸੇ ਦੂਸਰੇ ਧਰਮ ਪ੍ਰਤੀ ਲਗਾਓ ਅਜੇ ਹਾਂ ਪੱਖੀ ਨਹੀਂ। ਉਸੇ ਤਰ੍ਹਾਂ ਰਾਮਦਾਸੀਏ ਧਰਮ ਪੱਖੋਂ ਸਿੱਖ ਧਰਮ 'ਚ ਹਨ, ਪਰੰਤੂ ਉਹਨਾਂ ਦਾ ਆਮ ਚੋਣ ਖੇਤਰ ਵਿੱਚ ਸ਼ਡਿਊਲ ਕਾਸਟ 'ਚ ਵਰਗੀਕਰਨ ਕੀਤਾ ਗਿਆ ਹੈ। ਡਾਕਟਰ ਅੰਬੇਡਕਰ ਅਨੁਸਾਰ ਸਾਰਿਆਂ ਵਿੱਚੋਂ ਜਿਹੜੇ ਆਮ ਤੌਰ 'ਤੇ ਠੀਕ ਧਾਰਮਿਕ ਗੁੱਟਬੰਦੀ 'ਚ ਚਲੇ ਗਏ ਹਨ, ਦਰਸਾਉਂਦਾ ਹੈ ਕਿ ਧਰਮ ਦਾ ਚੋਣ ਵਰਗੀਕਰਨ ਨਾਲ ਕੋਈ ਲੈਣ ਦੇਣ ਨਹੀਂ। ਕੁਦਰਤੀ ਤੌਰ 'ਤੇ ਪੂਨਾ ਪੈਕਟ ਦੁਆਰਾ ਦੱਬੀਆਂ ਕੁਚਲੀਆਂ ਜਾਤਾਂ ਦੇ ਵਿਸ਼ੇਸ਼ ਹੱਕਾਂ ਦੇ ਅਧਿਕਾਰ ਦੀ ਸ਼ਿਕਾਇਤ ਕਰਨ ਅਤੇ ਚੈਲੰਜ ਕਰਨ ਦੀ ਡਾਕਟਰ ਅੰਬੇਡਕਰ ਮਾਨਤਾ ਨਹੀਂ ਦਿੰਦਾ। ਉਹ ਹਾਮੀ ਭਰਦਾ ਹੈ ਕਿ ਉਸਦੀ ਕਮਿਊਨਿਟੀ ਦੇ ਰਾਜਨੀਤਿਕ ਹੱਕ ਹਿੰਦੂਇਜ਼ਮ ਦੇ ਤਿਆਗ ਕਰਨ ਜਾਂ ਇਹਨੂੰ ਸਿਰ ਉੱਪਰ ਚੁੱਕਣ ਲਈ ਤੁਲੇ ਹੋਣ ਨਾਲ ਪ੍ਰਭਾਵਿਤ ਨਹੀਂ ਹੁੰਦੇ। ਸੋਰਸ ਮਟੀਰੀਅਲ ਵੋਲਿਊਮ 1 ਸਫਾ 146 ਡਾਕਟਰ ਬਾਬਾ ਸਾਹਿਬ ਅੰਬੇਡਕਰ ਸੋਰਸ ਮਟੀਰੀਅਲ ਪਬਲੀਕੇਸ਼ਨ ਕਮੇਟੀ ਉੱਚ ਸਿੱਖਿਆ ਵਿਭਾਗ ਗਵਰਨਮੈਂਟ ਆਫ ਮਹਾਰਾਸ਼ਟਰ ਸਾਲ 2003। ਅਛੂਤ ਡਾਕਟਰ ਅੰਬੇਡਕਰ ਦੇ ਹੱਕ 'ਚ ਅਛੂਤਾਂ ਨੇ ਟੋਨਡ 'ਚ ਇੱਕ ਕਾਨਫਰੰਸ ਕੀਤੀ ਅਤੇ ਡਾਕਟਰ ਅੰਬੇਡਕਰ ਜੀ ਦੀ ਧਰਮ ਬਦਲੀ ਦੀ ਹਮਾਇਤ ਕਰਦਿਆਂ ਇੱਕ ਮਤਾ ਪਾਸ ਕੀਤਾ। ਇੱਕ ਅੰਗਰੇਜ਼ ਮਿਸ਼ਨਰੀ ਨੋਰਟਨ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦ ਸਪੋਕ ਅੰਬੇਡਕਰ ਵੋਲਿਊਮ 4 ਪੰਨਾ 170। ਮਹਾਰ ਔਰਤਾਂ ਨੇ ਮਿਸਿਜ ਗੰਗੂਬਾਈ ਗੰਗੋਰਡੇ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਬੰਬੇ ਮਨਵਾੜ ਵਿੱਚ ਕੀਤੀ ਅਤੇ ਗਹੁ ਨਾਲ ਤੱਕਿਆ ਕਿ ਯੌਲਾ ਦਾ ਫੈਸਲਾ ਬਣਦੀ ਵਿਚਾਰ ਤੋਂ ਬਾਅਦ ਆ ਚੁੱਕਾ ਸੀ। ਜਾਤ ਹਿੰਦੂਆਂ ਦੁਆਰਾ ਕੀਤੇ ਜਾਣ ਵਾਲੇ ਜ਼ੁਲਮ ਤੋਂ ਬਚਣ ਦਾ ਸਿਰਫ ਰਾਹ ਸਹੁੰ ਖਾ ਕੇ ਹਿੰਦੂਇਜ਼ਮ ਨੂੰ ਤਿਆਗਣਾ ਹੈ। ਦ ਸਪੋਕ ਅੰਬੇਡਕਰ ਵੋਲਿਊਮ 4 ਪੰਨਾ 171। ਮਹਾਰਾਸ਼ਟਰ ਵਿੱਚ ਅਛੂਤਾਂ ਦੀਆਂ ਦੋ ਵੱਡੀਆਂ ਜਾਤਾਂ ਮਾਂਗਜ਼ ਅਤੇ ਮਹਾਰ ਹਨ। ਮਹਾਰ ਅਤੇ ਮਾਂਗਜ਼ ਦੇ ਨਾਂ ਇਕੱਠੇ ਚੱਲਦੇ ਹਨ, ਜਿਸ ਤਰ੍ਹਾਂ ਸਫਾਈ ਸੇਵਕ ਅਤੇ ਰਵਿਦਾਸੀਏ ਚਮਾਰ ਉੱਤਰੀ ਭਾਰਤ ਵਿੱਚ ਜਿਵੇਂ ਅਛੂਤ ਜਾਤੀਆਂ ਦੇ ਦੋ ਤੰਗ ਰਾਹ ਹਨ। ਇਸ ਸੱਚਾਈ ਦੇ ਬਾਵਜੂਦ ਕਿ ਦੋਵਾਂ ਨੂੰ ਹਿੰਦੂਆਂ ਦੁਆਰਾ ਨੀਚ ਹੀ ਸੋਚਿਆ ਜਾਂਦਾ ਹੈ, ਹਿੰਦੂਵਾਦ ਦੀਆਂ ਸਿੱਖਿਆਵਾਂ ਦਾ ਧੰਨਵਾਦ ਦੋਵੇਂ ਇੱਕ ਦੂਜੇ ਨੂੰ ਹੇਠਾਂ ਦੇਖਦੇ ਹਨ। ਮਾਂਗਜ਼ ਵਾਣ ਵੱਟਦੇ ਅਤੇ ਢੋਲ ਵਜਾਉਂਦੇ ਹਨ। ਉੱਤਰੀ ਭਾਰਤ ਦੇ ਧਾਨਕਾਂ ਅਤੇ ਸਫਾਈ ਸੇਵਕਾਂ ਚੂੜਿਆਂ ਦੀ ਤਰ੍ਹਾਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਉਹ ਕ੍ਰਿਸਚੀਅਨਿਟੀ ਵੱਲ ਨੂੰ ਵਾਪਸ ਆ ਰਹੇ ਸਨ। ਕਾਂਗਰਸ ਦੇ ਆਦਮੀ ਕ੍ਰਿਸਚੀਅਨਿਟੀ ਤੋਂ ਉਹਨਾਂ ਨੂੰ ਦੂਰ ਰੱਖਣ ਲਈ ਮਾਂ ਦਾ ਦੁੱਧ ਛਡਾਉਣ ਦੀ ਕੋਸ਼ਿਸ਼ ਕਰਦੇ ਸਨ। ਸਤਾਰਾ ਵਿੱਚ ਮਾਂਗਜ਼ ਬਰਾਬਰ ਬੇਆਰਾਮ ਸਨ। ਮਾਂਗਜ਼ ਨੇ ਸਥਾਨਕ ਅਮਰੀਕਨ ਮਿਸ਼ਨਰੀਆਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਈਸਾਈਆਂ ਦੇ ਅਸੂਲਾਂ ਨਾਲ ਰੁਸ਼ਨਾਉਣ ਦੀ ਕੋਸ਼ਿਸ਼ ਕਰਨ। ਮਾਂਗਜ਼ ਦੇ ਫਾਇਦੇ ਲਈ ਈਸਾਈ ਮਿਸ਼ਨਰੀਆਂ ਨੇ ਰਾਤ ਦੀਆਂ ਕਲਾਸਾਂ ਲਗਾਈਆਂ। ਸਥਾਨਕ ਕਾਂਗਰਸ ਦੇ ਆਦਮੀ ਚੇਤੰਨ ਕਰ ਦਿੱਤੇ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਹਿੰਦੂਆਂ ਦੀ ਗੁਲਾਮੀ ਤੋਂ ਮਾਂਗਜ਼ ਮੁਕਤ ਹੋ ਜਾਣ। ਕਾਂਗਰਸ ਦੇ ਆਦਮੀਆਂ ਨੇ ਤਾਰ ਭੇਜ ਕੇ ਸ਼੍ਰੀ ਵਿਨਾਇਕ ਰਾਓ ਮਸੂਰਕਰ ਇੱਕ ਹਿੰਦੂ ਮਿਸ਼ਨਰੀ ਨੂੰ ਉਪਦੇਸ਼ਾਂ ਨਾਲ ਮੁਕਾਬਲਾ ਸ਼ੁਰੂ ਕਰਨ ਲਈ ਬੁਲਾ ਲਿਆ ਤਾਂ ਕਿ ਕ੍ਰਿਸਚੀਅਨਿਟੀ ਧਰਮ ਅਪਣਾਉਣ ਤੋਂ ਮਾਂਗਜ਼ ਨੂੰ ਰੋਕ ਸਕਣ। ਪਰ ਮਾਂਗਜ਼ ਨੇ ਡਾਕਟਰ ਅੰਬੇਡਕਰ ਜੀ ਦੇ ਸੱਦੇ ਨੂੰ ਧਰਮ ਬਦਲੀ ਲਈ ਚੰਗਾ ਹੁੰਗਾਰਾ ਦਿੱਤਾ। ਮਾਂਗਜ਼ ਨੇ ਬੰਬਈ ਪ੍ਰੈਜ਼ੀਡੈਂਸੀ ਦਾਦਰ 'ਚ ਸ਼ੁਭ ਮੁਹੂਰਤ ਹੇਠ ਇੱਕ ਕਾਨਫਰੰਸ ਕੀਤੀ। ਲਗਭਗ 5000 ਮਾਂਗਜ਼ ਕਮਿਊਨਿਟੀ ਦੇ ਮੈਂਬਰ ਅਤੇ ਡੈਲੀਗੇਟਸ ਪ੍ਰੈਜ਼ੀਡੈਂਸੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਾਮਲ ਹੋਏ। ਮੁੱਖ ਮਤਾ ਜਿਹੜਾ ਇੱਕ ਰਾਏ ਨਾਲ ਪ੍ਰਵਾਨ ਕੀਤਾ ਗਿਆ ਦੱਸਿਆ ਕਿ ਮਾਂਗ ਕਮਿਊਨਿਟੀ ਕੋਲ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨ ਲਈ ਕੋਈ ਚਾਰਾ ਨਹੀਂ ਸੀ, ਪਰੰਤੂ ਆਪਣਾ ਧਰਮ ਬਦਲੀ ਕਰਨ ਲਈ ਮਤਾ ਵੀ ਐਲਾਨਿਆ ਗਿਆ ਕਿ ਮਾਂਗਜ਼ ਕਮਿਊਨਿਟੀ ਡਾਕਟਰ ਅੰਬੇਡਕਰ ਵਿੱਚ ਪੂਰਾ ਵਿਸ਼ਵਾਸ ਰੱਖਦੀ ਹੈ ਅਤੇ ਧਰਮ ਬਦਲੀ ਲਈ ਵੱਡੇ ਪੱਧਰ ਤੇ ਇਸ ਦੇ ਪਿੱਛੇ ਚੱਲਣ ਲਈ ਤਿਆਰ ਕੀਤਾ ਗਿਆ ਸੀ। ਦੂਸਰੇ ਸੰਬੰਧਿਤ ਮਤੇ ਕਮਿਊਨਿਟੀ ਦੀ ਹਾਲਤ ਦੇ ਸੁਧਾਰ ਕਰਨ ਲਈ ਇੱਕ ਮਤ ਨਾਲ ਪ੍ਰਵਾਨ ਕੀਤੇ ਗਏ। ਦ ਸਪੋਕ ਅੰਬੇਡਕਰ ਵੋਲਿਊਮ 4 ਪੰਨਾ 172। ਮਾਂਗਜ਼ ਕਮਿਊਨਿਟੀ ਦੀ ਕਾਨਫਰੰਸ। ਡਾਕਟਰ ਅੰਬੇਡਕਰ ਜੀ ਨੂੰ ਇਸ ਕਾਨਫਰੰਸ ਲਈ ਉਚੇਚੇ ਤੌਰ ਤੇ ਬੁਲਾਇਆ ਗਿਆ ਸੀ। ਉਹ ਕਾਨਫਰੰਸ ਨੂੰ ਸੰਬੋਧਨ ਹੋਏ ਅਤੇ ਲਗਭਗ 1 ਘੰਟੇ ਲਈ ਬੋਲੇ। ਸ਼ੁਰੂਆਤ ਤੇ ਉਹਨਾਂ ਨੇ ਧਿਆਨ ਦਿਵਾਇਆ ਕਿ ਮਾਂਗਜ਼ ਕਮਿਊਨਿਟੀ ਦੇ ਧਰਮ ਬਦਲੀ ਦੇ ਵਿਸ਼ੇ ਤੇ ਆਪਣਾ ਫੈਸਲਾ ਤੇ ਐਲਾਨ ਕਰ ਚੁੱਕੀ ਸੀ। ਭਾਸ਼ਣ ਦੇਣ ਲਈ ਸਮਾਂ ਚੁਣ ਚੁੱਕਾ ਸੀ ਕਿਉਂਕਿ ਉਹ ਹਲਕੀ ਡਿਗਰੀ 'ਚ ਉਹਨਾਂ ਦੇ ਫੈਸਲੇ ਨੂੰ ਅਸਰ ਅੰਦਾਜ਼ ਕਰਨਾ ਨਹੀਂ ਚਾਹੁੰਦਾ ਸੀ। ਦੱਬੀਆਂ ਕੁਚਲੀਆਂ ਜਾਤਾਂ ਆਪਣੇ ਆਪ ਆਪਣੇ 'ਚ ਬੁਰਾਈਆਂ ਨੇ ਉਹਨਾਂ ਜਾਤਾਂ ਦੀ ਹੋਂਦ ਤੇ ਮਾਤਮ ਕੀਤਾ।
ਉਸਨੇ ਕਿਹਾ ਕਿ ਦੱਬੀਆਂ ਕੁਚਲੀਆਂ ਜਾਤਾਂ ਦਰਮਿਆਨ ਇਹ ਇੱਕ ਬੁਰਾਈ ਨਹੀਂ ਸੀ ਜਿਸ ਲਈ ਦੱਬੀਆਂ ਕੁਚਲੀਆਂ ਜਾਤਾਂ ਜ਼ਿੰਮੇਵਾਰ ਸਨ। ਇਹ ਹਿੰਦੂਇਜ਼ਮ ਹੈ ਜਿਹੜਾ ਇਹਦੇ ਲਈ ਜ਼ਿੰਮੇਵਾਰ ਸੀ। ਜੇ ਮਾਂਗ ਕਮਿਊਨਿਟੀ ਉਸ ਘੇਰੇ ਚੋਂ ਬਾਹਰ ਆਉਣਾ ਚਾਹੁੰਦੀ ਹੈ, ਉਹ ਮਾਂਗ ਕਮਿਊਨਿਟੀ ਨੂੰ ਬੰਬੇ ਪ੍ਰੈਜ਼ੀਡੈਂਸੀ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਦੀ ਬਹੁਗਿਣਤੀ ਦਾ ਇੱਕ ਮੈਂਬਰ ਹੋਣ ਨਾਤੇ ਯਕੀਨ ਦਿਵਾਉਂਦਾ ਹੈ ਕਿ ਜੇਕਰ ਉਹ ਉੱਥੇ ਉਹਨਾਂ ਨਾਲ ਜਾਣ ਦਾ ਫੈਸਲਾ ਕਰਦੇ ਹਨ, ਕਿਸੇ ਲਈ ਮਹਾਰ ਅਤੇ ਮਾਂਗਜ਼ ਦੇ ਦਰਮਿਆਨ ਫਰਕ ਨਹੀਂ ਹੋਵੇਗਾ। ਉਸਨੇ ਅੱਗੇ ਮਾਂਗਜ਼ ਕਮਿਊਨਿਟੀ ਨੂੰ ਵਿਸ਼ਵਾਸ ਦਿਵਾਇਆ ਕਿ ਦੱਬੀਆਂ ਕੁਚਲੀਆਂ ਜਾਤਾਂ ਨੂੰ ਬੰਬੇ ਪ੍ਰੈਜ਼ੀਡੈਂਸੀ ਲਈ ਅਲਾਟ ਕੀਤੀਆਂ 15 ਸੀਟਾਂ ਵਿੱਚੋਂ ਗਰੰਟੀ ਦੇਣ ਲਈ ਮਹਾਰ ਤਿਆਰ ਕੀਤੇ ਗਏ ਸਨ, ਬਸ਼ਰਤੇ ਉਹ ਯੋਲਾ ਕਾਨਫਰੰਸ ਦੇ ਧਰਮ ਬਦਲੀ ਦੇ ਮਤੇ ਲਈ ਇਕਰਾਰ ਦੁਆਰਾ ਪਾਬੰਦ ਹੋਣ। ਡਾਕਟਰ ਅੰਬੇਡਕਰ ਨੇ ਦਰਸ਼ਕਾਂ ਨੂੰ ਇਸ ਦਾ ਹੱਲ ਦੱਸਦਿਆਂ ਕਿਹਾ, ਮੈਂ ਦੱਬੀਆਂ ਕੁਚਲੀਆਂ ਜਮਾਤਾਂ ਮੂਹਰੇ ਇੱਕ ਸ਼ਾਨਦਾਰ ਸਕੀਮ ਨੀਚਾਂ ਵਾਸਤੇ ਸਦੀਆਂ ਲੰਬੀ ਗਿਰਾਵਟ ਤੋਂ ਉੱਠਣ ਲਈ ਇੱਕ ਹੱਲ ਧਰਮ ਬਦਲੀ ਹੈ ਰੱਖ ਚੁੱਕਾ ਹਾਂ। ਟਾਈਮਜ਼ ਆਫ ਇੰਡੀਆ ਡੇਟਡ 6/6/1936 ਪੇਜ 173 10 ਸਪੋਕ ਅੰਬੇਡਕਰ ਵੋਲਿਊਮ 4। ਬੰਬੇ ਪ੍ਰੈਜ਼ੀਡੈਂਸੀ ਦੇ ਸਾਰੇ ਭਾਗਾਂ ਵਿੱਚ ਯੋਲਾ ਐਲਾਨਨਾਮੇ ਦੇ ਹੱਕ 'ਚ ਕਾਨਫਰੰਸ ਕੀਤੀਆਂ ਗਈਆਂ ਸਨ। ਕਾਨਫਰੰਸ ਅਤੇ ਛੋਟੀਆਂ ਮੀਟਿੰਗਾਂ ਬੇਰਾਰ ਅਤੇ ਸੈਂਟਰਲ ਪ੍ਰਦੇਸ਼ ਅਤੇ ਗਵਾਂਢੀ ਰਾਜਾਂ ਵਿੱਚ ਕੀਤੀਆਂ ਗਈਆਂ। ਮਿਸਟਰ BS ਵਨਕਟਾਰੋ ਅਛੂਤਾਂ ਦੇ ਇੱਕ ਮਸ਼ਹੂਰ ਆਗੂ ਦੁਆਰਾ ਧਰਮ ਬਦਲੀ ਦੇ ਸਮਰਥਨ ਵਿੱਚ ਹੈਦਰਾਬਾਦ ਵਿਖੇ ਇੱਕ ਕਾਨਫਰੰਸ ਜਥੇਬੰਦ ਕੀਤੀ ਗਈ। ਸਟੇਟ ਹੈਦਰਾਬਾਦ, ਜਿਸ ਤੇ ਰਾਜ ਇੱਕ ਮੁਸਲਮਾਨ ਦੁਆਰਾ ਕੀਤਾ ਜਾਂਦਾ ਸੀ, ਗਿਣਤੀ ਪੱਖੋਂ ਇੱਕ ਭਾਰੀ ਹਿੰਦੂ ਰਾਜ ਸੀ। ਅਛੂਤਾਂ ਦਾ ਹੈਦਰਾਬਾਦ ਅਤੇ ਦੂਜੇ ਰਾਜਾਂ ਵਿੱਚ ਪਰਚੀਆਂ ਰਾਹੀਂ ਚੁਣਨ ਦਾ ਵੱਖਰਾ ਢੰਗ ਨਹੀਂ ਸੀ। ਪੰਨਾ 175 10 ਸਪੋਕ ਅੰਬੇਡਕਰ ਵੋਲਿਊਮ 4। ਸਿੱਖ ਤੇ ਸਿੱਖ ਸਟੇਟਾਂ ਦੇ ਰਾਜੇ ਮਦਦ ਕਰਨ ਨੂੰ ਤਿਆਰ ਸਨ। ਸਿੱਖਾਂ ਨੇ ਸੋਚਿਆ ਕਿ ਦੇਸ਼ ਭਰ 'ਚ ਇੱਕ ਤਾਕਤਵਰ ਕਮਿਊਨਿਟੀ ਬਣਨ ਦਾ ਇਹ ਇੱਕ ਮੌਕਾ ਸੀ। ਅਛੂਤਾਂ ਦੀ ਕੁਝ ਲੱਖਾਂ ਦੀ ਧਰਮ ਬਦਲੀ ਨਾਲ ਉਹ ਦੇਸ਼ ਦੀ ਢਾਂਚਾਗਤ ਸਿਆਸਤ ਵਿੱਚ ਇੱਕ ਤਾਕਤਵਰ ਘੱਟ ਗਿਣਤੀ ਬਣ ਸਕਦੇ ਸਨ। ਸਿੱਖ ਸਟੇਟਾਂ ਦੇ ਰਾਜੇ ਮਦਦ ਕਰਨ ਨੂੰ ਤਿਆਰ ਸਨ। ਪੰਨਾ 177 10 ਸਪੋਕ ਅੰਬੇਡਕਰ ਵੋਲਿਊਮ 4। ਮਹਾਰਾਸ਼ਟਰ 'ਚ SC ਦੀ ਸੂਚੀ 'ਚ ਸਭ ਤੋਂ ਵੱਧ ਮਹਾਰ ਜਾਤੀ। ਮਹਾਰਾਸ਼ਟਰ ਦੇ ਸ਼ਡਿਊਲਿਕ ਕਾਸਟਾਂ ਦੀ ਬਹੁਤ ਵੱਡੀ ਗਿਣਤੀ ਮਹਾਰ ਹਨ। ਆਜ਼ਾਦੀ ਤੋਂ ਪਹਿਲਾਂ ਅਤੇ ਰਾਜਾਂ ਦੇ ਪੁਨਰਗਠਨ 1956 ਵਿੱਚ ਮਹਾਰ ਬੰਬੇ ਪ੍ਰੈਜ਼ੀਡੈਂਸੀ, ਮੱਧ ਪ੍ਰਦੇਸ਼, ਬਰਾਰ ਤੇ ਹੈਦਰਾਬਾਦ ਵਿੱਚ ਕਰਨਾਟਕਾ ਦੇ ਰਾਜਾਂ ਵਿੱਚ ਪਾਏ ਜਾਂਦੇ ਸਨ। ਮਹਾਰ ਉੜੀਸਾ ਵਿੱਚ ਕੁਝ ਦੂਸਰੇ ਰਾਜਾਂ ਵਿੱਚ ਵੀ ਪਾਏ ਜਾਂਦੇ ਹਨ, ਜਿੱਥੇ ਉਹ ਜ਼ੋਰ ਨਾਲ ਮਰਾਠਾ ਫੌਜਾਂ ਨਾਲ ਜਾ ਚੁੱਕੇ ਸਨ। ਚਮਾਰਾਂ ਅਤੇ ਸਫਾਈ ਸੇਵਕਾਂ, ਭੰਗੀਆਂ ਦੀ ਤਰ੍ਹਾਂ ਮਹਾਰ ਬਹੁਤ ਸਾਰੀਆਂ ਸਬ ਕਾਸਟਸ ਵਿੱਚ ਵੰਡੇ ਹੋਏ ਹਨ। ਰਵਾਇਤੀ ਤੌਰ ਤੇ ਉਹ 12.5 ਜਤੀ 12.5 ਕਾਸਟ 1.5 ਦਰਜਨ ਜਾਤੀਆਂ ਵਿੱਚ ਵੰਡੇ ਹੋਏ ਹਨ। ਧਾਰਮਿਕਾਜ਼ ਨਾਗਪੁਰ ਵਿੱਚ ਅਤੇ ਗੋਪਟਲਜ਼ ਖਾਨਦੇਸ਼ ਵਿੱਚ ਹਾਫ ਅੱਧੀਆਂ ਜਾਤਾਂ ਵਜੋਂ ਗਿਣੇ ਜਾਂਦੇ ਹਨ। ਸੈਂਟਰਲ ਇੰਡੀਆ ਵਿੱਚ ਮਰਾਠੀ ਬੋਲੀ ਬੋਲਣ ਵਾਲਿਆਂ ਵਿੱਚ ਮਹਾਰ ਅਸਲ ਵਸਨੀਕ ਹਨ। ਸ਼ਾਇਦ ਇਹ ਇਸ ਕਾਰਨ ਕਰਕੇ ਸੀ ਕਿ ਉਹਨਾਂ ਨੂੰ ਧਰਨੀਚੇ ਪੂਤ ਜਾਂ ਭੂਮੀ ਪੁੱਤਰ ਕਿਹਾ ਜਾਂਦਾ ਹੈ। ਥੋਰਲੇ ਗਾਰਚੇ ਉੱਤਰੀ ਭਾਰਤ ਦੇ ਹਲਾਲ ਖੋਰਾਂ ਦੀ ਤਰ੍ਹਾਂ ਦਾ ਅਰਥ ਪਾਰੇ 'ਚ ਕਿਸੇ ਧਾਤ ਦੀ ਮਿਲਾਵਟ ਵਾਂਗ ਚੁਭਵੀਂ ਗੱਲ ਅਤੇ ਨਫ਼ਰਤ ਇੱਕ ਦੂਜਾ ਟਾਈਟਲ ਪੈਦਾਇਸ਼ੀ ਖਾਨਦਾਨੀ ਰੱਖਦੇ ਸਨ। ਕੁਝ ਸਮੇਂ ਲਈ ਚਮਾਰਾਂ ਦੀ ਤਰ੍ਹਾਂ ਮਹਾਰਾਂ ਨੇ ਆਪ ਰਵਦਾਸੀ ਜਾਂ ਰਾਮਦਾਸੀਆਂ ਵਾਂਗ ਜਾਂ ਸਫਾਈ ਸੇਵਕਾਂ ਦੀ ਤਰ੍ਹਾਂ ਕੋਲੀ ਅਤੇ ਅਹੇਰੀਅਸ, ਜਿਨ੍ਹਾਂ ਬਾਲਮੀਕੀਆਂ ਦਾ ਨਾਮ ਪ੍ਰਵਾਨ ਕਰ ਲਿਆ, ਵੀ ਮਹਾਰਾਂ ਵਿੱਚ ਜਨਮੇ ਇੱਕ ਵੈਸ਼ਨਵ ਸੰਤ ਦੇ ਨਾਮ ਪਿੱਛੇ ਚੋਖਾ ਮੇਲਾ ਲਗਾ ਕੇ ਉਹ ਆਪਣੇ ਆਪ ਵਾਪਸ ਆ ਗਏ ਸਨ। ਦੂਸਰੀਆਂ ਹਿੰਦੂ ਨੀਚ ਜਾਤੀਆਂ ਵਾਂਗ ਨਾਮ ਵਜੋਂ ਖੁਸ਼ਹਾਲ ਅਤੇ ਪੜ੍ਹੇ ਲਿਖੇ ਮਹਾਰ ਦੋ ਫਿਕਰਿਆਂ ਵਰਕਾਰੀ ਅਤੇ ਮਹਾਨੁਭਵਾਂ ਦਰਮਿਆਨ ਡਾਕਟਰ ਬਾਬਾ ਸਾਹਿਬ ਦੇ ਆਗਮਨ ਤੋਂ ਪਹਿਲਾਂ ਮਸ਼ਹੂਰ ਹੋ ਰਹੇ ਸਨ। 10 ਸਪੋਕ ਅੰਬੇਡਕਰ ਵੋਲਿਊਮ 4 ਪੰਨਾ 163। ਇਟਲੀ ਦਾ ਬੋਧੀ ਭਿਕਸ਼ੂ ਡਾਕਟਰ ਅੰਬੇਡਕਰ ਨਾਲ ਉਸ ਦੀ ਇੰਟਰਵਿਊ 10 ਜੂਨ 1936। ਇਟਲੀ ਦਾ ਇੱਕ ਬੋਧੀ ਭਿਕਸ਼ੂ ਵਸਤਰਾਂ ਨਾਲ ਸਜੇ ਹੋਏ ਇੱਕ ਖਾਸ ਸਮੇਂ ਦੀ ਸਮੁੰਦਰੀ ਯਾਤਰਾ ਰਾਹੀਂ ਅੰਤਿਮ ਰੂਪ ਦਿੰਦੇ ਬੰਬਈ ਤੋਂ
ਕੋਲੰਬੋ ਲਈ ਪੂਰੀ ਉਮੀਦ ਨਾਲ ਬੁੱਧਵਾਰ ਨੂੰ SS ਕੋਟੇ ਵਰਡੇ ਦੁਆਰਾ ਰਵਾਨਾ ਹੋਇਆ ਕਿ ਜਦ ਉਹ 4 ਮਹੀਨਿਆਂ 'ਚ ਭਾਰਤ ਨੂੰ ਵਾਪਸ ਆਏ ਉਹ ਹਰੀਜਨਾਂ ਦੀ ਇੱਕ ਵੱਡੀ ਗਿਣਤੀ ਨੂੰ ਬੁੱਧ ਧਰਮ ਅਪਣਾਉਣ ਲਈ ਮਨਾਉਣ 'ਚ ਸਫਲ ਹੋਵੇਗਾ। ਉਹ ਹੈ ਸ਼੍ਰੀ ਲੋਕਨਾਥਾ ਬੁੱਧਿਸਟ ਮਿਸ਼ਨ ਦੀ ਨੀਂਹ ਰੱਖਣ ਵਾਲਾ। ਉਸਨੇ ਕਿਹਾ ਕਿ ਉਹਨੇ ਬੰਬਈ ਵਿੱਚ ਦੱਬੀਆਂ ਕੁਚਲੀਆਂ ਜਾਤਾਂ ਦੇ ਇੱਕ ਨੇਤਾ ਡਾਕਟਰ BR ਅੰਬੇਡਕਰ ਨੂੰ ਬੋਧੀ ਬਣਨ ਲਈ ਮਨਾਉਣ ਦੇ ਉਦੇਸ਼ ਨਾਲ ਇੰਟਰਵਿਊ ਕੀਤੀ। ਉਹ ਯਕੀਨ ਕਰਦਾ ਹੈ ਕਿ ਉਹ ਇੱਕ ਸਾਫ਼ ਢੰਗ ਨਾਲ ਡਾਕਟਰ ਅੰਬੇਡਕਰ ਨੂੰ ਕਾਇਲ ਕਰਨ 'ਚ ਸਫਲ ਹੋ ਚੁੱਕਾ ਹੈ ਕਿ ਜੇ ਹਰੀਜਨ SC ਆਪਣੀ ਧਰਮ ਬਦਲੀ ਬੁੱਧ ਧਰਮ 'ਚ ਕਰ ਲੈਣ ਲਈ ਸਹਿਮਤ ਹੋ ਜਾਣ, ਆਪਣੇ ਆਪ ਨੂੰ ਇਖਲਾਕੀ, ਅਧਿਆਤਮਕ ਅਤੇ ਸਮਾਜੀ ਤੌਰ ਤੇ ਉਹ ਉੱਪਰ ਚੁੱਕ ਲੈਣਗੇ ਅਤੇ ਸਮਾਜ ਵਿੱਚ ਉੱਚਾ ਦਰਜਾ ਪ੍ਰਾਪਤ ਕਰ ਲੈਣਗੇ। ਉਸਨੇ ਕਿਹਾ ਡਾਕਟਰ ਅੰਬੇਡਕਰ ਬੁੱਧ ਵਿਸ਼ਵਾਸ ਨਾਲ ਪ੍ਰਭਾਵਿਤ ਹੋਏ ਨਜ਼ਰ ਆਉਂਦੇ ਹਨ ਅਤੇ ਸਵਾਲ ਨੂੰ ਧਿਆਨ ਨਾਲ ਵਿਚਾਰਨ ਦਾ ਵਾਅਦਾ ਕੀਤਾ। ਕਿਵੇਂ ਵੀ ਉਹਨੇ ਕੋਈ ਪੱਕਾ ਜਵਾਬ ਨਹੀਂ ਦਿੱਤਾ। ਦ ਟਾਈਮਜ਼ ਆਫ ਇੰਡੀਆ ਡੇਟਡ 11 ਜੂਨ 1936, ਸੋਰਸ ਮਟੀਰੀਅਲ ਵੋਲਿਊਮ 1, ਪੇਜ 141/166। 14 ਜੂਨ 1936 ਭਾਰਤ ਦੇ ਪ੍ਰਸਿੱਧ ਪੱਤਰਕਾਰ ਸ਼੍ਰੀ T.A. ਰਮਨ ਨੇ ਦੀ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ 14 ਜੂਨ 1936 ਦੇ ਅੰਕ ਵਿੱਚ ਇੱਕ ਸਹਿ ਯਾਤਰੀ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਉਸ ਯਾਤਰੀ ਨੇ ਕਿਹਾ ਕਿ ਜੇ ਉਹ ਕਦੀ ਕੋਈ ਕਤਲ ਕਰੇਗਾ ਤਾਂ ਉਹ ਡਾਕਟਰ ਅੰਬੇਡਕਰ ਦਾ ਹੋਵੇਗਾ। ਸਫਾ 128 ਜੀਵਨ ਤੇ ਮਿਸ਼ਨ ਡਾਕਟਰ ਅੰਬੇਡਕਰ, ਲੇਖਕ L.R. ਬਾਲੀ। ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 105 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।